फतेह अज दे प्रोग्राम विच सारी संगत का बहुत बहुत स्वागत है जी। तो सत्संगियों अज सोमवार है और सोमवार जो है ये सवाल जवाब का सैशन होंगे। तो आप वालों भेजे सवाल वो असी पैनल ने डिस्कस करके जो भी सानू हो सके वह ठीक उत्तर लभण का वो तुहाडे सामने पैनल हाजिर है जी। वो असी तुहाडे नाल विचार करांगे। तो संगत नूं बेनती करदे हां कि जिहड़े भी विचार आउंदे ने जवाब आउंदे ने वो जो सानू अवेलेबिलिटी है बेस्ड अपॉन गुरु ग्रंथ साहिब जी रहत मर्यादा रहतनामे या होर जिहड़ियां सिख रवायतां ने। ते जैसे आपां हमेशा गल करी दी गुरबाणी अथाह समुंदर है। तो कोशिश है कि जिहड़ा सवाल है ਉਹਦਾ जवाब लभीए पर ਉਹਦਾ कोई दाइया नहीं है कि ये सवाल ही फाइनल है, जवाब ही फाइनल है। तो कृपा करके जिथे भी आप जी ਨੂੰ कोई कमी लगे वो ग्रुप चैट ਵਿੱਚ आप जी पा सकते हो या उंज ਸਾਡੇ ਨਾਲ ਬਾਅਦ ਵਿੱਚ ਵੀ ਗੱਲ ਕਰ ਸਕਦੇ ਹੋ। तो आओ इस तो पहला कि ਆਪਾਂ शुरू करिए सब तो पहले ਆਪਾਂ मूल मंत्र का पाठ करते हैं जी। एक ओंकार सतनाम करता पुरख निर्भव निर्वैर अकाल मूर्त अजूनी सैभम गुर प्रसाद वाहिगुरु 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 वाहिगुरु। वाहिगुरु जी का खालसा वाहिगुरु जी की वाहिगुरु जी फतेह। तो सब तो पहला पैनल मैंबर आप जी नाल फतेह साझी करनगे शाह हरजीत सिंह जी। वाहिगुरु जी का खालसा वाहिगुरु जी की फतेह। वाहिगुरु जी की फतेह। शाह MP सिंह जी। वाहिगुरु जी का खालसा वाहिगुरु जी की वाहिगुरु जी की फतेह। शाह किकर सिंह जी। हाँ जी वीर जी वाहिगुरु जी का खालसा वाहिगुरु जी की फतेह जी। वाहिगुरु जी की फतेह। शाह प्रभ कीर्तन सिंह जी। वाहिगुरु जी का खालसा वाहिगुरु जी की वाहिगुरु जी की फतेह। बाकी मैंबर्स अजी ਅਸੀਂ ਉਡੀਕ ਰਹੇ ਹਾਂ ਜੀ जो ਤੇਜਿੰਦਰ आउणगे। ਸਿੰਘ ਜੀ ਨਾਲ ਗੱਲ ਹੋ ਗਈ ਉਹ ਕਹਿੰਦੇ ਮੈਂ ਹੁਣ ਆ ਗਏ ਨੇ ਕਰ ਲਿਆ ਜੁਆਇਨ। ठीक है सर तेजिंदर सिंह जी अनम्यूट कर लो जी संगत नाल फतेह साझी कर लो। सर तेजिंदर सिंह जी ਤੇਜਿੰਦਰ ਸਿੰਘ ਜੀ ਅਨਮਿਊਟ ਕਰ ਲਓ। जी बना दिओ जी। तो आओ साथ संगत जी ਆਪਾਂ ਆਪ ਵੱਲੋਂ ਭੇਜੇ ਸਵਾਲ ਜਿਹੜੇ ਵੱਖ-ਵੱਖ ਵਿਸ਼ਿਆਂ ਤੇ ਨੇ ਉਹਨਾਂ ਦੀ ਵਿਚਾਰ ਸ਼ੁਰੂ ਕਰਦੇ ਹਾਂ ਜੀ। ਇੱਕ ਸਵਾਲ ਸਾਨੂੰ ਕਲਾਸ ਵਿੱਚੋਂ ਆਇਆ ਸੀ ਕਿ ਗੁਰਬਾਣੀ ਵਿੱਚ ਘਰ ਦਾ ਕੀ ਭਾਵ ਹੈ। तो मैं बेनती कर रहा सब MP ਸਿੰਘ ਜੀ ਵੀ ਉਹ ਸਾਨੂੰ ਦੱਸੋ ਕਿ ਗੁਰਬਾਣੀ ਵਿੱਚ ਜਿਹੜਾ ਸ਼ਬਦ ਦੇ ਸਿਰਲੇਖ ਵਿੱਚ ਘਰ ਲਫ਼ਜ਼ ਲਿਖਿਆ ਹੁੰਦਾ ਉਹਦਾ ਕੀ ਅਰਥ ਹੈ ਜਾਂ ਉਂਝ ਘਰ ਅੱਖਰ ਜਿਹੜਾ ਇਹ ਹੋਰ ਵੀ ਕਈ ਅਰਥਾਂ 'ਚ ਆਉਂਦਾ ਹੈ। तो ਸੰਖੇਪ ਵਿੱਚ ਸਾਨੂੰ ਦੱਸੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਵਰਤਿਆ ਜੋ ਇਹ ਸ਼ਬਦ ਘੱਗਾ ਰੜਾ ਘਰ ਹੈ ਇਹਦਾ ਕੀ ਇੰਡੀਕੇਸ਼ਨ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਜੋ ਸਵਾਲ ਹੈ ਘਰ ਦੇ ਬਾਰੇ ਇਹ ਬੇਸਿਕਲੀ ਹੈ ਕਿ ਜਿਹੜਾ ਗੁਰਬਾਣੀ ਦੇ ਸ਼ਬਦਾਂ ਦੇ ਉੱਪਰ ਸਿਰਲੇਖ ਦੇ ਵਿੱਚ ਗੱਲ ਆਉਂਦੀ ਹੈ ਘਰ ਦੀ, ਜਿਵੇਂ ਘਰ ਪਹਿਲਾ, ਘਰ ਦੂਜਾ, ਘਰ ਪੰਜਵਾਂ, ਘਰ 17ਵਾਂ ਤੱਕ ਸੰਕੇਤ ਆਉਂਦੇ ਹਨ। ਵੈਸੇ ਘਰ ਲਫ਼ਜ਼ ਗੁਰਬਾਣੀ ਦੇ ਵਿੱਚ ਵੀ ਵਰਤਿਆ ਗਿਆ ਹੈ। ਉਹਦੇ ਉੱਥੇ ਘਰ ਜਾਂ ਤੇ ਜਿਹੜੇ ਆਮ ਸਾਡੇ ਘਰ ਹੁੰਦੇ ਨੇ ਉਹਦੇ ਵਾਸਤੇ ਵਰਤਿਆ ਗਿਆ ਜਾਂ ਸੰਸਾਰ ਵਾਸਤੇ ਜਾਂ ਹਿਰਦੇ ਰੂਪੀ ਘਰ ਵਾਸਤੇ। ਪਰ ਅੱਜ ਦਾ ਜੋ ਸਵਾਲ ਹੈ ਉਸ ਦਾ ਤਲਕ ਉਸ ਦੇ ਨਾਲ ਨਹੀਂ ਹੈ, ਸਿਰਫ ਉਸ ਚੀਜ਼ ਨਾਲ ਹੈ ਕਿ ਜਿਹੜਾ ਸੰਕੇਤ ਸ਼ਬਦ ਦੇ ਉੱਪਰ ਰਾਗ ਦੇ ਨਾਲ ਲਿਖਿਆ ਹੁੰਦਾ, ਜਿਵੇਂ ਰਾਗ ਧਨਾਸਰੀ ਮਹਲਾ ਪੰਜਵਾਂ ਘਰ ਦੂਜਾ, ਉਹ ਉੱਥੇ ਘਰ ਦਾ ਭਾਵ ਕੀ, ਇਹ ਇੱਕ ਪ੍ਰਸ਼ਨ ਹੈ। ਔਰ ਇਹ ਮੈਂ ਸੰਗਤ ਨਾਲ ਆਪਣੀ ਪਰਸਨਲ ਇੱਕ ਗੱਲ ਸਾਂਝੀ ਕਰਨੀ ਚਾਹਾਂਗਾ ਕਿ ਇਸ ਸਵਾਲ ਦਾ ਜਵਾਬ ਮੈਂ ਪਿਛਲੇ 50 ਸਾਲ ਤੋਂ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹਾਂ ਔਰ ਅੱਜ ਤੱਕ ਮੈਨੂੰ ਇਹਦਾ ਜਵਾਬ ਮਿਲਿਆ ਨਹੀਂ ਹੈ। ਔਰ ਇਹਦਾ ਜਵਾਬ ਜਿੱਥੇ ਤੱਕ ਮੇਰੀ ਜਾਣਕਾਰੀ ਹੈ ਸਿੱਖ ਕੌਮ ਵਿੱਚ ਅਜੇ ਵੀ ਇਸ ਦਾ ਕੋਈ ਐਸਾ ਜਵਾਬ ਨਹੀਂ ਹੈ ਜਿਹਦੇ ਨਾਲ ਸਭ ਦੀ ਤਸੱਲੀ ਹੁੰਦੀ ਹੋਵੇ। ਵੱਖਰੇ ਵੱਖਰੇ ਲੋਕਾਂ ਦੇ ਵਿਚਾਰ ਮਿਲਦੇ ਹਨ ਇਸ ਦੇ ਬਾਰੇ। ਜਿਹਦਾ ਆਧਾਰ ਇਹ ਹੈ ਕਿ ਗੁਰਬਾਣੀ ਦੇ ਅੰਦਰ ਜਿੱਥੇ ਘਰ ਆਇਆ ਹੈ ਸਿਰਲੇਖਾਂ ਦੇ ਉੱਪਰ,
ਉੱਥੇ ਕਈ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਵੀ ਆਇਆ ਹੈ ਕਿ ਜਿਸ ਤਰ੍ਹਾਂ ਕਿ ਇਆਨੜੀਏ ਕਾ ਘਰ ਗਾਵਨਾ ਜਾਂ ਏਕ ਸਵਾਨ ਕੇ ਘਰ ਗਾਵਨਾ, ਤਾਂ ਉੱਥੋਂ ਇਹ ਗੱਲ ਤਾਂ ਸਮਝ ਆਉਂਦੀ ਹੈ ਕਿ ਵੀ ਘਰ ਦਾ ਤਾਲੁਕ ਗਾਉਣ ਦੇ ਨਾਲ ਹੈ। ਹੁਣ ਗਾਉਣ ਦੀ ਜਿੱਥੇ ਗੱਲ ਹੁੰਦੀ ਹੈ, ਗਾਉਣ ਦੇ ਵਿੱਚ ਦੋ ਗੱਲਾਂ ਬੜੀਆਂ ਜ਼ਰੂਰੀ ਹੁੰਦੀਆਂ ਨੇ ਹਮੇਸ਼ਾ ਜਦੋਂ ਵੀ ਸੰਗੀਤ ਪੁਰਾਣੇ ਰਾਗ ਪ੍ਰਣਾਲੀ ਦੇ ਮੁਤਾਬਕ ਗਾਇਆ ਜਾਂਦਾ ਹੈ। ਇੱਕ ਤਾਂ ਰਾਗ ਹੈ, ਜਿਹੜੇ ਸੁਰਾਂ ਦੇ ਅੰਦਰ ਜਿਹੜੀਆਂ ਸੁਰਾਂ ਦਾ ਇਸਤੇਮਾਲ ਕਰਕੇ ਔਰ ਜਿਸ ਸੀਕੁਐਂਸ ਵਿੱਚ ਇਸਤੇਮਾਲ ਕਰਕੇ ਗਾਇਨ ਕੀਤਾ ਜਾਣਾ ਹੈ, ਉਹ ਰਾਗ ਦੇ ਵਿੱਚੋਂ ਨਿਯਮਬੱਧ ਹੁੰਦੇ ਹਨ। ਤੇ ਜਿਸ ਟੈਂਪੋ ਤੇ ਗਾਣਾ ਹੈ, ਜਿਸ ਸਪੀਡ ਤੇ ਗਾਣਾ ਹੈ, ਜਿਹਦੇ ਨਾਲ ਬਾਰ-ਬਾਰ ਜਿਹੜਾ ਉਹਦੇ ਜਿਹੜੀ ਗਾਇਨ ਦੀਆਂ ਪੰਕਤੀਆਂ ਹਨ ਉਹਨਾਂ ਦਾ ਵਿਸ਼ਰਾਮ ਆਏਗਾ, ਜਾਂ ਜਿੱਥੇ ਉਹ ਸਾਈਕਲ ਪੂਰਾ ਹੁੰਦਾ ਹੈ ਗਾਇਕੀ ਦਾ, ਜਿਹਦੇ ਨਾਲ ਤਬਲੇ ਦੀ ਤਾਲ ਹੁੰਦੀ ਹੈ। ਉਹ ਇਸ ਕਰਕੇ ਬਹੁਤ ਸਾਰੇ ਵਿਦਵਾਨਾਂ ਨੇ ਘਰ ਨੂੰ ਤਾਲ ਦੇ ਨਾਲ ਜੋੜਨ ਦਾ ਯਤਨ ਕੀਤਾ ਹੈ। ਪ੍ਰੋਫੈਸਰ ਦਿਆਲ ਸਿੰਘ ਜੀ ਨੇ ਆਪਣੀ ਪੁਸਤਕ ਦੇ ਅੰਦਰ ਇਹ 17 ਦੇ 17 ਘਰਾਂ ਦੇ ਤਾਲ ਘਰਾਂ ਦੇ ਨਾਲ ਜਿਹੜੇ ਹਨ ਉਹ ਜੋੜ ਕੇ ਤੇ ਉਹਨਾਂ ਦੀ ਇੱਕ ਲਿਸਟ ਦਿੱਤੀ ਹੈ। ਉਹਨਾਂ ਦਾ ਇਹ ਮੰਨਣਾ ਹੈ ਕਿ ਘਰ ਪਹਿਲੇ ਤੋਂ ਭਾਵ ਹੈ ਉਹ ਤਾਲ ਜਿਹਦੇ ਅੰਦਰ ਇੱਕ ਤਾਲੀ ਹੈ। ਤਾਲੀ ਜਿਹੜੇ ਤਬਲੇ ਦਾ ਗਿਆਨ ਰੱਖਣ ਵਾਲੇ ਹਨ ਜਾਣਦੇ ਹਨ ਕਿ ਤਬਲੇ ਦੇ ਬੋਲਾਂ ਦੇ ਵਿੱਚ ਐਸੇ ਬੋਲ ਹੁੰਦੇ ਹਨ ਜਿਨ੍ਹਾਂ ਨੂੰ ਉਚੇਚੇ ਤੌਰ ਦੇ ਉੱਤੇ ਸਮ ਕਿਹਾ ਜਾਂਦਾ ਹੈ, ਜਾਂ ਜਿਨ੍ਹਾਂ ਦੇ ਉੱਤੇ ਤਾਲੀ ਦੀ ਜਿਹੜੀ ਹੈ ਇੰਡੀਕੇਸ਼ਨ ਦਿੱਤੀ ਹੁੰਦੀ ਹੈ। ਤਾਂ ਕਈ ਤਾਲਾਂ ਦੇ ਅੰਦਰ ਕੇਵਲ ਇੱਕ ਤਾਲ ਹੁੰਦੀ ਹੈ ਤੇ ਕਈਆਂ ਦੇ ਵਿੱਚ ਇੱਕ ਤੋਂ ਵੱਧ ਤਾਲੀਆਂ ਦੀ ਜਗ੍ਹਾ ਹੁੰਦੀ ਹੈ। ਜਿਵੇਂ 3 ਤਾਲ ਹੈ, ਉਹਦੇ ਵਿੱਚ 3 ਤਾਲੀਆਂ ਹੁੰਦੀਆਂ ਹਨ। तो इस तरह उन्होंने 17 तालियां तक दियां तालां दियां लिस्ट बनाइयां हैं, और जिन्ना नंबर है ताल दा उन्नियां तालियां वाले ताल उन्होंने उन्हां घरां दे नाल जोड़े हैं। पर कई एक विद्वान जिहड़े हन वो इस लिस्ट दे नाल सहमत नहीं हैं। कई एक दा मनना यह है जी कि इहदा ताल नाल संबंध है ही नहीं है, ये घर तां कविता दी शैली दे नाल तल्लक रखदा है। एक होर विद्वान आए हैं पिछले कुछ एक सालों तो, उन्होंने मेहनत बड़ी की है और उन्होंने पुस्तकां भी लिखियां बड़ियां मोटियां गुरबाणी दे विच घर दी जो प्रणाली है उहदे बारे। डॉक्टर चरण कमल सिंह जी हैं, उन्होंने पंजाबी और अंग्रेजी च किताबां इहदे बारे लिखियां हैं, और उन्होंने इस घर दे जिहड़े नंबर हैं उन्हां नूं तुकां दे ਬੰਤਰ ਦੇ ਨਾਲ और उन्हां दे विच जिहड़े अर्ध विश्राम ਜਾਂ ਜਿਹੜੇ ਸੁਨੇਹੇ और ਜਿਹਨੂੰ ਸੁਨੇਹੇ ਕਹਿੰਦੇ ਹਨ ਕਿ ਜਿਨ੍ਹਾਂ ਪੰਕਤੀਆਂ ਜਿੰਨੇ ਸੁਨੇਹੇ ਆਉਂਦੇ ਹਨ ਉਹਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਉਹਦੇ ਵਿਚਾਰ ਵੀ ਅਸੀਂ ਕਰਕੇ ਦੇਖੀ ਹੈ, ਪਰ ਉਹ ਗੱਲ ਵੀ ਬੰਦੀ ਨਹੀਂ ਹੈ, ਕਿਉਂਕਿ 10ਵੇਂ ਘਰ ਤੋਂ ਬਾਅਦ ਉਹਨਾਂ ਦਾ ਸਿਸਟਮ ਫੇਲ ਹੋ ਜਾਂਦਾ ਹੈ ਤੇ ਉਹਨਾਂ ਨੇ ਆਪਣੀ ਮਨਮਰਜ਼ੀ ਦੇ ਨਾਲ ਹੀ ਇਹ ਸਟੇਟਮੈਂਟ ਦੇ ਦਿੱਤੀ ਹੈ ਕਿ 10 ਨੰਬਰ ਤੋਂ ਬਾਅਦ ਕੋਈ ਘਰ ਹੋਰ ਨਹੀਂ ਹੈਗਾ, ਸਾਰੇ ਦੂਜਾ ਘਰ ਹੀ ਹੈ, ਜਿਹੜੀ ਇਹ ਗੱਲ ਮੰਨਣ ਲਾਇਕ ਨਹੀਂ ਹੈ। ਗੁਰਬਾਣੀ ਦੇ ਅੰਦਰ ਬੜੇ ਸਪਸ਼ਟ ਘਰਾਂ ਦੇ ਨੰਬਰ ਜਿਹੜੇ ਹਨ ਉਹ 17 ਤੱਕ ਦਿੱਤੇ ਗਏ ਹਨ, तो इसलिए ये मत तो मन्निया ही नहीं जा सकता कि 10 घर तो उपर नंबर नहीं है। तो ये सारी गल विचार का निचोड़ ये है कि क्योंकि सिरलेख आंदा है एक सवान के घर गावना, यानड़िए के घर गावना, या रहोए के छंत के घर गावना, तो इत्थों ये गल बड़ी स्पष्ट है कि इसका संबंध गायकी दे नाल है। ताल दे नाल पूरा सीधा सीधा संबंध है कि नहीं है, उहदे विच थोड़ा जिहा कन्फ्यूजन इस गल तो भी आ जाता है कि किधरे किधरे पड़तालों के नाल भी कर दिते गए हैं। पड़ताल जिवें कि आप जानते हो उसका भाव हुंदा है कि इक्को ही शब्द दीयां पंक्तियां नूं ताल परता के गाना, भाव हर पदे की ताल वखरी, तो उत्थे जिहड़ा है पड़ताल दे नाल भी फिर घर आ जाता है। तो उहदे बारे कुछ विद्वानां दा मत यह है कि जिथे पड़ताल दे नाल घर आया है तो उत्थे जिहड़ी अस्थाई है भाव जिहड़ा राहो दा पदा है उसनूं उस घर दे ताल विच गाना है, ਤੇ ਬਾਕੀ ਦੀ ਤਾਲਾਂ ਦੀ ਪੜਤਾਲ ਪਰਤਾ ਕੇ ਤੁਸੀਂ ਕਿਸੇ ਵੀ ਤਾਲ 'ਚ ਗਾ ਸਕਦੇ ਹੋ। तो ਇਹਦੇ ਬਾਰੇ ਵੀ ਅਜੇ ਵਿਦਵਾਨਾਂ 'ਚ ਸਹਿਮਤੀ ਨਹੀਂ ਹੈ। तो ਇਸ ਕਰਕੇ ਕੁੱਲ ਮਿਲਾ ਕੇ ਇਹ ਕਿਹਾ ਇਹ ਜਾ ਸਕਦਾ ਹੈ ਕਿ ਬਈ ਘਰ ਦਾ ਸੰਬੰਧ ਗਾਇਕੀ ਦੇ ਨਾਲ ਤੇ ਜ਼ਰੂਰ ਹੈ, ਪਰ ਕੀ ਇਹ ਸਿੱਧਾ ਸਿੱਧਾ ਤਾਲ ਦੇ ਨਾਲ ਹੀ ਜੁੜਿਆ ਹੋਇਆ ਹੈ, ਇਹਦੇ ਬਾਰੇ ਨਿਰਣਾ ਕਰਨਾ ਪੱਕੇ ਤੌਰ ਤੇ ਅਜੇ ਵੀ ਜਿਹੜੇ ਸੰਗੀਤ ਦੇ ਮਾਹਿਰ ਨੇ ਅਜੇ ਉਹਨਾਂ ਦੀ ਵੀ ਰਾਏ ਨਹੀਂ ਬਣੀ ਹੈ। तो इतनी ही जानकारी आप जी नाल साझी करनी सी। वाहिगुरू जी का खालसा, वाहिगुरू जी की वाहिगुरू जी की फतेह। तो संगत जी साधु ਸਿੰਘ ਜੀ ਨੇ ਇਹ ਜੋ ਸ਼ਬਦ ਘਰ ਆਉਂਦਾ ਹੈ ਇਹਦੇ ਬਾਰੇ ਸਾਨੂੰ ਜਾਣਨਾ ਪਾਇਆ, ਔਰ ਜਿਸ ਤਰ੍ਹਾਂ ਉਹਨੇ ਦੱਸਿਆ ਹੀ ਹੈ ਕਿ ਇਹਦੇ ਫਾਈਨਲ ਰਾਏ ਅਜੇ ਇਹਨਾਂ ਦੇ ਜਿਹੜੇ ਮਾਹਰ ਨੇ ਉਹਨਾਂ 'ਚ ਆਪਸ ਨਹੀਂ ਬਣੀ। तो ਇਹ ਗੱਲ ਜਿਹੜੀ ਹੈ ਥੋੜੀ ਜਿਹੀ ਲੱਗਦੀ ਵੀ ਅਜੀਬ ਹੈ, ਪਰ ਇਹ ਸਿਰਫ ਇਹ ਹੀ ਨਹੀਂ ਹੋਰ ਬੜੀਆਂ ਗੱਲਾਂ ਅਜੀਬ ਨੇ ਕਿ ਸਾਡੇ ਇਤਿਹਾਸ ਵਿੱਚ ਜੋ ਕਿਸੇ ਦਾ ਦਿਲ ਆਇਆ ਉਹਨੇ ਲਿਖਤਾ। ਤੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ
ਸਾਡਾ ਧਿਆਨ ਮੰਗਦੀਆਂ ਨੇ। ਤੇ ਲੋੜ ਇਹ ਹੈਗਾ ਕਿ ਜਿਹੜੇ ਵਿਦਵਾਨ ਨੇ, ਉਹ ਖਾਸ ਕਰਕੇ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ, ਮੁੱਖ ਸੰਸਥਾਵਾਂ ਨੇ, ਉਹਨਾਂ ਨੂੰ ਚਾਹੀਦਾ ਹੈ ਕਿ ਇਹਦੇ ਬਾਰੇ ਪ੍ਰੋਪਰ ਪਲੇਟਫਾਰਮ ਬਣਾਉਣ, ਇਹਦੇ ਬਾਰੇ ਰਿਸਰਚ ਸੈਂਟਰ ਜਿਹੜੇ ਨੇ ਉਹ ਬਣਾਉਣ। ਤੇ ਇਹਨਾਂ ਚੀਜ਼ਾਂ ਦੀ ਹੁਣ ਦੇਖੋ ਕਿੰਨੇ ਮਤਲਬ ਵੀ ਇਦਾਂ ਹੀ ਉਮਰਾਂ ਲੰਘ ਗਈਆਂ ਨੇ, ਤੇ ਇਹਨਾਂ ਆਮ ਗੱਲਾਂ, ਕਈਆਂ ਗੱਲਾਂ ਦਾ ਅਜੇ ਤੱਕ ਸਾਡੇ ਕੋਲ ਨਿਰਣਾ ਹੀ ਨਹੀਂ ਆਇਆ। ਤੋ ਇਹ ਨਹੀਂ, ਹੋਰ ਵੀ ਕਈ ਸਵਾਲ ਨੇ ਜਿਹੜੇ ਆਪਾਂ ਅਗਾਂਹ ਬਗਾਹ ਇੱਥੇ ਡਿਸਕਸ ਵੀ ਕਰਦੇ ਰਹਿੰਦੇ ਇਸ ਪਲੇਟਫਾਰਮ ਤੇ, ਜਿਹੜੇ ਅਜੇ ਤੱਕ ਸਾਡੀਆਂ ਜਿਹੜੀਆਂ ਸਰਮੋਰ ਸੰਸਥਾਵਾਂ ਜਿਵੇਂ SGPC ਹੈ, ਉਹਨਾਂ ਨੇ ਅਜੇ ਤੱਕ ਇਹਨਾਂ ਦਾ ਫੈਸਲਾ ਹੀ ਨਹੀਂ ਲਿਆ। ਬੜੇ ਅਹਿਮ ਸਵਾਲ ਨੇ, ਇਹ ਵੀ ਅਹਿਮ ਸਵਾਲ ਹੈ, ਹਰ ਸਵਾਲ ਹਰ ਇੱਕ ਅਹਿਮ ਹੀ ਹੁੰਦਾ, ਪਰ ਇਸ ਤੋਂ ਇਲਾਵਾ ਜਿਵੇਂ ਰਾਗਮਾਲਾ ਦਾ ਸਵਾਲ ਹੈ, ਜਾਂ ਹੋਰ ਕਈ ਇਹੋ ਜਿਹੇ ਜਿਵੇਂ ਸੰਪਾਦਕੀ ਸੂਚਨਾਵਾਂ ਨੇ, ਜਾਂ ਜਿਹੜੀਆਂ ਆਪਾਂ ਦੇਖਦੇ ਹਾਂ ਕਿ ਹੱਥ ਲਿਖਤ ਬੀੜਾਂ ਤੇ ਛਾਪੇ ਦੀ ਬੀੜਾਂ ਦਾ ਫਰਕ ਹੈ, ਕਿੰਨਾ ਫਰਕ ਹੈ ਔਰ ਕਿੰਨਾ ਜ਼ਬਰਦਸਤ ਫਰਕ ਹੈ। ਤੇ ਉਹਦਾ ਵੀ ਕਈ ਦਹਾਕੇ ਲੰਘ ਗਏ ਨੇ, ਉਹਨਾਂ ਦਾ ਫੈਸਲਾ ਹੀ ਨਾ ਹੋਣਾ, ਇਹ ਸਾਡੇ ਲਈ ਇੱਕ ਚੰਗੀ ਓਮਨ ਨਹੀਂ ਹੈ। ਸਤਿਗੁਰੂ ਕਿਰਪਾ ਕਰ ਕਿ ਕੌਮ ਜਿਹੜੀ ਹੈ ਇਸ ਬਾਰੇ ਵਿਚਾਰਵਾਨ ਹੋਵੇ। ਤੇ ਇੱਕ ਵਾਰੀ ਫੇਰ MP ਸਿੰਘ ਜੀ, ਆਪ ਜੀ ਦਾ ਧੰਨਵਾਦ। ਤੋ ਸੰਗਤ ਜੀ, ਅਗਲਾ ਸਵਾਲ ਜਿਹੜਾ ਹੈ ਉਹ ਹੈ ਕਿ ਅਰਦਾਸ ਤੋਂ ਬਾਅਦ ਸਾਡੇ ਇੱਕ ਮਰਿਆਦਾ ਹੈ, ਇੱਕ ਪ੍ਰਚਲਿਤ ਰੀਤੀ ਹੈ, ਮਰਿਆਦਾ ਨਹੀਂ ਕਹਾਂਗਾ, ਪ੍ਰਚਲਿਤ ਰੀਤੀ ਹੈ ਕਿ ਅਸੀਂ ਇੱਕ ਦੋਹਰਾ ਪੜ੍ਹਦੇ ਹਾਂ, ਆ ਗਿਆ ਪਈ ਅਕਾਲ ਕੀ ਤਵਾ ਚਲਾਇਓ ਪੰਥ। ਸਾਡੇ ਕੋਲ ਸਵਾਲ ਆਇਆ ਕਿ ਕਈ ਥਾਂ ਤੇ ਇਹ ਦੋਹਰਾ ਜਿਹੜਾ ਪੜ੍ਹਿਆ ਨਹੀਂ ਜਾਂਦਾ, ਅਰਦਾਸ ਤੋਂ ਬਾਅਦ ਸਿੱਧਾ ਜਕਾਰਾ ਲਾ ਦਿੱਤਾ ਜਾਂਦਾ ਹੈ। ਵੀ ਆਇਆ ਇਹ ਪੜ੍ਹਨਾ ਲਾਜ਼ਮੀ ਹੈ ਕਿ ਨਹੀਂ, ਤੇ ਜਿਹੜੇ ਨਹੀਂ ਪੜ੍ਹਦੇ ਫਿਰ ਉਹ ਕਿਉਂ ਨਹੀਂ ਪੜ੍ਹਦੇ? ਮੈਂ ਬੇਨਤੀ ਕਰਾਂ ਵੀਰ ਕਿੱਕਰ ਸਿੰਘ ਜੀ, ਕਿਰਪਾ ਕਰੋ ਇਹਦੇ ਬਾਰੇ ਸਾਨੂੰ ਦੱਸੋ ਜੀ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਇਹ ਜਿਹੜਾ ਸਵਾਲ ਹੈ, ਅਰਦਾਸ ਉਪਰੰਤ ਦੋਹਰਾ ਪੜ੍ਹਨਾ ਚਾਹੀਦਾ ਹੈ ਕਿ ਨਹੀਂ, ਮੈਂ ਇਹ ਸਮਝਦਾ ਵੀ ਇਹਦਾ ਜਵਾਬ ਤਾਂ ਇੱਕ ਲਾਈਨ ਦਾ ਹੀ ਬਣਦਾ ਜੇ ਦਿੱਤਾ ਜਾਵੇ, ਪਰ ਫਿਰ ਵੀ ਥੋੜ੍ਹੀ ਜਿਹੀ ਇਹਦੇ ਬਾਰੇ ਵਿਚਾਰ ਕਰਨੀ ਹੀ ਬਣਦੀ ਆ। ਜੇਕਰ ਅਸੀਂ ਜਿੰਨੇ ਵੀ ਸਿੱਖ ਆ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ, ਆਪੋ ਆਪਣੇ ਮਨ ਕੋਲੋਂ ਇਹ ਪੁੱਛੀਏ ਕਿ ਇਹ ਮੇਰੇ ਮਨ, ਮੈਨੂੰ ਦੱਸ ਕਿ ਇਹ ਦੋਹਰਾ ਪੜ੍ਹਨਾ ਚਾਹੀਦਾ ਹੈ ਜਾਂ ਨਹੀਂ। ਅਸੀਂ ਆਪਣੇ ਮਨ ਕੋਲੋਂ ਹੀ ਪੁੱਛ ਕੇ ਦੇਖ ਲਈਏ ਤੇ ਮੈਨੂੰ ਇਉਂ ਮਹਿਸੂਸ ਹੁੰਦਾ ਹੈ ਕਿ ਹਰ ਇੱਕ ਦੇ ਅੰਦਰੋਂ ਇੱਕੋ ਹੀ ਆਵਾਜ਼ ਆਏਗੀ ਕਿ ਇਹ ਦੋਹਰਾ ਪੜ੍ਹਨਾ ਚਾਹੀਦਾ ਹੈ, ਬਿਲਕੁਲ ਪੜ੍ਹਨਾ ਚਾਹੀਦਾ ਹੈ, ਅਤੇ 101% ਪੜ੍ਹਨਾ ਚਾਹੀਦਾ ਹੈ। ਜਿੱਥੋਂ ਤੱਕ ਰਹਿਤ ਮਰਿਆਦਾ ਦੀ ਗੱਲ ਹੈ, ਤਾਂ ਅਸੀਂ ਅਰਦਾਸ ਤੋਂ ਪਹਿਲਾਂ ਵੀ ਕੁਝ ਸ਼ਬਦ ਪੜ੍ਹਦੇ ਹਾਂ। ਤੂੰ ਠਾਕਰ ਤੋਂ ਪੈ ਅਰਦਾਸ ਵਾਲਾ ਸ਼ਬਦ ਪੜ੍ਹਦੇ ਹਾਂ, ਜਿਹਦੇ ਬਾਰੇ ਰਹਿਤ ਮਰਿਆਦਾ ਵਿੱਚ ਕੋਈ ਜ਼ਿਕਰ ਨਹੀਂ ਹੈ। ਇਸ ਤੋਂ ਇਲਾਵਾ ਵੀ ਅਸੀਂ ਹੁਕਮਨਾਮਾ ਲੈਣ ਲੱਗਿਆਂ ਕਈ ਵਾਰੀ ਸੰਪੂਰਨ ਮੂਲ ਮੰਤਰ ਉਚਾਰਨ ਕਰਦੇ ਹਾਂ, ਜਾਂ ਕਈ ਵਾਰੀ ਇੱਕ ਦੋ ਸ਼ਲੋਕ ਵੀ ਪੜ੍ਹਦੇ ਹਾਂ ਜਿਹੜੇ ਕਿ ਆਮ ਪ੍ਰਚਲਿਤ ਹੁੰਦੇ ਹੈ। ਫਰਜ਼ ਕਰ ਲਓ ਜਿਵੇਂ ਜੈਸੋ ਚੰਦਾ ਉਗਵੇਂ, ਜਾਂ ਤੇਰੇ ਕਵਨ ਕਵਨ ਗੁਣ ਗਾਵਾਂ, ਅਤੇ ਸੱਜਣ ਸੱਚਾ ਪਾਤਸ਼ਾਹ। ਇਹ ਅਸੀਂ ਆਮ ਜਿਹੜੇ ਪ੍ਰਚਲਿਤ ਸ਼ਲੋਕ ਹੈ ਗੁਰੂ ਦੀ ਜਾਂ ਅਕਾਲ ਪੁਰਖ ਦੀ ਵਡਿਆਈ ਵਾਸਤੇ, ਜਾਂ ਵੰਦਨਾ ਕਰਨ ਵਾਸਤੇ, ਬੇਨਤੀ ਕਰਨ ਵਾਸਤੇ ਇਹ ਪੜ੍ਹਦੇ ਹਾਂ। ਪਰ ਇਹਨਾਂ ਦੇ ਪੜ੍ਹਨ ਬਾਰੇ ਰਹਿਤ ਮਰਿਆਦਾ ਦੇ ਵਿੱਚ ਕੋਈ ਹਵਾਲਾ ਨਹੀਂ ਹੈ, ਕੋਈ ਜ਼ਿਕਰ ਨਹੀਂ ਹੈ। ਹੋਰ ਵੀ ਕਈ ਸ਼ਲੋਕ ਵਗੈਰਾ ਹਨ ਜਿਨ੍ਹਾਂ ਦਾ ਅਸੀਂ ਸਮੇਂ ਸਮੇਂ ਤੇ ਖੁਸ਼ੀ ਗਮੀ ਵੇਲੇ ਉਚਾਰਨ ਕਰਦੇ ਹਾਂ, ਪਰੰਤੂ ਰਹਿਤ ਮਰਿਆਦਾ ਦੇ ਵਿੱਚ ਅਜਿਹੇ ਸ਼ਲੋਕ ਪੜ੍ਹਨ ਦਾ ਕੋਈ ਜ਼ਿਕਰ ਨਹੀਂ ਆ। ਫਿਰ ਵੀ ਅਸੀਂ ਬੇਨਤੀ ਵਾਲੇ ਇਹ ਸ਼ਬਦ ਪੜ੍ਹ ਲੈਂਦੇ ਹਾਂ। ਇਹ ਤਾਂ ਸੀਗਾ ਵੀ ਪੜ੍ਹਨੇ ਚਾਹੀਦੇ ਜਾਂ ਨਹੀਂ ਪੜ੍ਹਨੇ ਚਾਹੀਦੇ। ਜੋ ਮੇਰਾ ਨਿੱਜੀ ਵਿਚਾਰ ਹੈ ਉਹ ਇਹ ਹੈ ਵੀ ਇਹ ਦੋਹਰਾ ਬਿਲਕੁਲ ਪੜ੍ਹਨਾ ਚਾਹੀਦਾ, ਇਸ ਵਿੱਚ ਕੋਈ ਵਾਦ ਵਿਵਾਦ ਵਾਲੀ ਗੱਲ ਵੀ ਨਹੀਂ ਹੈ। ਤੇ ਦੋਹਰਾ ਪੜ੍ਹਨ ਸੰਬੰਧੀ ਜ਼ਿਆਦਾਤਰ ਜਿਹੜੀਆਂ ਸਾਡੀਆਂ ਧਾਰਮਿਕ ਜਥੇਬੰਦੀਆਂ ਜਾਂ ਸੰਸਥਾਵਾਂ ਹੈ, ਸ਼੍ਰੋਮਣੀ ਕਮੇਟੀ ਦੇ ਸਮੇਤ, ਉਹਨਾਂ ਤਕਰੀਬਨ ਸਾਰੇ ਹੀ ਸਹਿਮਤ ਹਨ ਤੇ ਕੋਈ ਵੀ ਜਥੇਬੰਦੀ ਇਸ ਦਾ ਵਿਰੋਧ ਨਹੀਂ ਕਰਦੀ। ਹਾਂ, ਕੋਈ ਖਾਸ, ਕੋਈ ਇੱਕ ਦੋ ਗੁਰਦੁਆਰੇ ਕੋਈ ਖਾਸ ਉਹ ਨਹੀਂ ਪੜ੍ਹਦੇ, ਉਹਨਾਂ ਦੀ ਕੋਈ ਮਜਬੂਰੀ ਹੋ ਸਕਦੀ ਹੈ ਜਾਂ ਹੋਰ ਕੋਈ ਕਾਰਨ ਹੋ ਸਕਦਾ। ਲੇਕਿਨ 100 ਦੇ ਵਿੱਚੋਂ ਜੇ 99% ਇਹ ਪੜ੍ਹ ਰਹੇ ਆ ਤਾਂ ਫਿਰ ਸਾਨੂੰ ਵੀ ਇਹਦੇ ਨਾਲ ਸਹਿਮਤ ਹੋ ਜਾਣਾ ਚਾਹੀਦਾ ਹੈ। ਇਹ ਦੋਹਰਾ ਪੜ੍ਹਨਾ ਇਉਂ ਹੈ ਜਿਵੇਂ ਅਸੀਂ ਕੋਈ ਕਈ ਵਾਰ ਸਵਾਦਲਾ ਭੋਜਨ ਖਾਂਦੇ ਹਾਂ ਤੇ ਉਸ ਪਿੱਛੋਂ ਅਸੀਂ ਸਵੀਡਿਸ਼ ਲੈ ਲੈਂਦੇ ਹਾਂ। ਜਿਵੇਂ ਕਿ ਫਰਜ਼ ਕਰ ਲਓ, ਆਮ ਸਾਡੇ ਪ੍ਰਚਲਿਤ ਹੀ ਹੈ ਵੀ ਥੋੜ੍ਹੀ ਜਿਹੀ ਖੰਡ ਲੈ ਲਈ, ਜਾਂ ਗੁੜ ਦੀ ਡਾਲੀ ਲੈ ਲਈ, ਸ਼ੱਕਰ ਲੈ ਲਈ,
ਜਾਂ ਕੋਈ ਗੁਲਾਬ ਜਾਮਨ ਖਾ ਲਈ ਜਾਂ ਅਸੀਂ ਕੋਈ ਸਵੀਟ ਡਿਸ਼ ਲੈ ਲਈ, ਆਈਸਕ੍ਰੀਮ ਲੈ ਲਈ, ਤੇ ਉਹਦੇ ਨਾਲ ਕੀ ਹੁੰਦਾ ਜੀ, ਸਾਡੇ ਖਾਣੇ ਦੇ ਸਵਾਦ ਵਿੱਚ ਹੋਰ ਵਾਧਾ ਹੋ ਜਾਂਦਾ। ਸੋ ਮੈਂ ਇਹ ਸਮਝਦਾ ਵੀ ਅਰਦਾਸ ਪਿੱਛੋਂ ਜਿਹੜਾ ਦੋਹਰਾ ਉਚਾਰਨ ਕਰਨਾ ਜਾਂ ਪੜ੍ਹਨਾ, ਇਹ ਸਿੱਖ ਦੇ ਭਰੋਸੇ ਵਿੱਚ ਤੇ ਉਹਦੇ ਉਤਸ਼ਾਹ ਵਿੱਚ ਵਾਧਾ ਕਰਦਾ ਹੈ। ਸੋ ਇਸ ਕਰਕੇ ਇਹਨੂੰ ਹਰ ਹਾਲਤ ਪੜ੍ਹਨਾ ਚਾਹੀਦਾ ਹੈ। ਹੁਣ ਇਹਦੇ ਨਾਲ ਇੱਕ ਸਵਾਲ ਵੀਰ ਜੀ ਹੋਰ ਜ਼ਿਹਨ ਵਿੱਚ ਆ ਜਾਂਦਾ ਹੈ, ਉਹ ਇਹ ਹੈ ਕਿ ਦੋਹਰਾ ਕਿਹੜਾ ਪੜ੍ਹਿਆ ਜਾਵੇ। ਕਈ ਦੋਹਰੇ ਪ੍ਰਚਲਿਤ ਹੋ ਗਏ ਜਿਨ੍ਹਾਂ ਦੇ ਵਿੱਚ ਥੋੜ੍ਹੀ ਥੋੜਾ ਫਰਕ ਹੈ। ਤੇ ਮੈਂ ਪਹਿਲਾਂ ਇਹ ਵੀ ਦੱਸ ਦਿਆਂ ਵੀ ਇਹ ਦੋਹਰੇ ਦਾ ਮੂਲ ਕੀ ਹੈ, ਭਾਵ ਇਹ ਦੋਹਰਾ ਕਿੱਥੋਂ ਆਇਆ। ਸਭ ਤੋਂ ਪਹਿਲਾਂ ਇਹ ਦੋਹਰਾ ਭਾਈ ਪ੍ਰਹਲਾਦ ਸਿੰਘ ਵੱਲੋਂ ਲਿਖਿਆ ਗਿਆ, ਲੇਕਿਨ ਕੁਝ ਸਮੇਂ ਬਾਅਦ ਗਿਆਨੀ ਗਿਆਨ ਸਿੰਘ ਵੱਲੋਂ ਵੀ ਇੱਕ ਦੋਹਰਾ ਇਸ ਨਾਲ ਮਿਲਦੇ ਜੁਲਦੇ ਭਾਵ ਵਾਲਾ ਥੋੜ੍ਹੀ ਜਿਹੀ ਤਬਦੀਲੀ ਕਰਕੇ ਲਿਖਿਆ ਜਾਂਦਾ ਹੈ। ਤੇ ਮੈਂ ਇਹ ਦੋਹਰਾ ਭਾਈ ਪ੍ਰਹਲਾਦ ਸਿੰਘ ਵਾਲਾ ਪਹਿਲਾਂ ਥੋੜ੍ਹਾ ਜਿਹਾ ਦੁਹਰਾ ਦਿਆਂ ਜੋ ਉਹਨਾਂ ਨੇ ਲਿਖਿਆ, ਔਰ ਜੋ ਗੁਰਮਤਿ ਦੇ ਅਨੁਸਾਰ ਵੀ ਠੀਕ ਹੈ। ਲੇਕਿਨ ਜਿਹੜਾ ਭਾਈ ਗਿਆਨ ਸਿੰਘ ਨੇ ਥੋੜ੍ਹੀ ਬਹੁਤੀ ਇਹਦੇ ਵਿੱਚ ਤਬਦੀਲੀ ਕੀਤੀ ਹੈ, ਜਿਹੜਾ ਕਿ ਗੁਰਮਤਿ ਅਨੁਸਾਰ ਇੱਕ ਅੱਧੀ ਪੰਕਤੀ ਠੀਕ ਨਹੀਂ ਹੈ, ਉਹਦੇ ਬਾਰੇ ਵੀ ਆਪਾਂ ਥੋੜ੍ਹੀ ਜਿਹੀ ਅਗਰ ਵਿਚਾਰ ਕਰ ਲਈਏ ਤਾਂ ਮੈਂ ਕਹਿੰਦਾ ਵੀ ਸਾਡੇ ਲਈ ਇੱਕ ਗੁਣਕਾਰੀ ਵਾਲੀ ਗੱਲ ਆ। ਭਾਈ ਪ੍ਰਹਲਾਦ ਸਿੰਘ ਕਹਿੰਦੇ, ਅਕਾਲ ਪੁਰਖ ਕੇ ਹੁਕਮ ਤੇ ਪ੍ਰਗਟ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਅੱਗੇ ਹੈ ਜੀ, ਗੁਰੂ ਖਾਲਸਾ ਮਾਨਿਓ ਪ੍ਰਗਟ ਗੁਰੂ ਕੀ ਦੇਹ। ਭਾਈ ਪ੍ਰਹਲਾਦ ਸਿੰਘ ਦਾ ਦੋਹਰਾ ਇਹ ਕਹਿੰਦਾ ਹੈ ਗੁਰੂ ਖਾਲਸਾ ਮਾਨਿਓ, ਲੇਕਿਨ ਜਿਹੜਾ ਗਿਆਨ ਸਿੰਘ ਨੇ ਦੋਹਰਾ ਲਿਖਿਆ ਉਹਨੇ ਇੱਥੇ ਥੋੜ੍ਹੀ ਜਿਹੀ ਤਬਦੀਲੀ ਕਰਤੀ ਹੈ। ਉਹਨੇ ਲਿਖਿਆ ਜੀ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਤੇ ਇਹ ਜਿਹੜੀ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਵਾਲੀ ਪੰਕਤੀ ਹੈ, ਇਸੇ ਪੰਕਤੀ ਨੂੰ ਆਧਾਰ ਬਣਾ ਕੇ ਸਾਡੇ ਭੋਲੇ ਭਾਲੇ ਸਿੱਖਾਂ ਨੇ ਸਰਦੀ ਵਿੱਚ ਗਰਮ ਕੰਬਲ ਅਤੇ ਗਰਮੀ ਵਿੱਚ ਸੁਖਾਸਨ ਵਾਲੀ ਥਾਂ ਤੇ ਪੱਖੇ, ਏਸੀ ਵਗੈਰਾ ਲਗਾ ਦਿੱਤੇ। ਕਈ ਥਾਈਂ ਸ਼ਾਰਟ ਸਰਕਟ ਹੋਣ ਕਰਕੇ ਮੰਦਭਾਗੀਆਂ ਘਟਨਾਵਾਂ ਵੀ ਘਟੀਆਂ ਤੇ ਭਾਵ ਮਹਾਰਾਜ ਸਰੂਪ ਵੀ ਸੜ ਗਏ। ਪਰ ਕੋਈ ਇਸ ਪਾਸੇ ਧਿਆਨ ਦੇਣਾ ਨਹੀਂ ਚਾਹੁੰਦਾ ਕਿ ਇਹਦੇ ਪਿੱਛੇ ਅਸਲ ਪਿਛੋਕੜ ਕੀ ਹੈ। ਇਹਦੇ ਪਿੱਛੇ ਸਾਰਾ ਪਿਛੋਕੜ ਇਹੀ ਪੰਕਤੀ ਹੈ, ਪ੍ਰਗਟ ਗੁਰਾਂ ਕੀ ਦੇਹ ਵਾਲੀ, ਗੁਰੂ ਗ੍ਰੰਥ ਜੀ ਮਾਨਿਓ। ਉਹ ਕਹਿੰਦੇ ਜੀ ਦੇਖੋ, ਮਤਲਬ ਇਹਨੂੰ ਗੁਰਬਾਣੀ ਮੰਨ ਲੈਂਦੇ ਆ। ਦੇਖੋ ਜੀ, ਗੁਰਬਾਣੀ ਵਿੱਚ ਲਿਖਿਆ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਤੇ ਫਿਰ ਦੇਹ ਨੂੰ ਤਾਂ ਭੁੱਖ ਵੀ ਲੱਗਦੀ ਹੈ ਤੇ ਠੰਡ ਵੀ ਲੱਗਦੀ ਹੈ, ਗਰਮੀ ਵੀ ਲੱਗਦੀ ਹੈ ਜੀ। ਕਹਿੰਦੇ ਇਸ ਕਰਕੇ ਹੀ ਅਸੀਂ ਕਹਿੰਦੇ ਹਾਂ ਜੀ, ਆਪ ਜੀ ਕੋ ਭੋਗ ਲੱਗੇ, ਉਹ ਭੋਗ ਵੀ ਲਵਾਈ ਜਾਂਦੇ ਆ ਜੀ। ਮਤਲਬ ਇੱਕੋ ਪੰਕਤੀ ਨੇ ਸਾਡੇ ਪੰਥ ਦੇ ਵਿੱਚ ਵਾਦ ਵਿਵਾਦ ਖੜਾ ਕੀਤਾ ਹੋਇਆ। ਮਸਲਾ ਤਾਂ ਇਹ ਸੀ ਵੀ ਅਸੀਂ ਠੀਕ ਦੋਹਰਾ ਕਿਹੜਾ ਹੈ ਤੇ ਉਹ ਪੜ੍ਹੀਏ। ਅੱਗੇ ਹੈ ਜੀ ਇੱਕ ਪੰਕਤੀ ਹੋਰ ਹੈ, ਉਹ ਵੀ ਵਿਚਾਰ ਲਈਏ। ਅੱਗੇ ਹੈ ਜੀ, ਜਾ ਕਾ ਹਿਰਦਾ ਸ਼ੁੱਧ ਹੈ ਖੋਜ ਸ਼ਬਦ ਮੈਂ ਲੈ। ਇੱਥੇ ਵੀ ਥੋੜੀ ਜਿਹੀ ਤਬਦੀਲੀ ਕੀਤੀ ਗਈ ਹੈ, ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੈਂ ਲੈ। ਲੇਕਿਨ ਇਹ ਦੋਨੋਂ ਪੰਕਤੀਆਂ ਹੀ ਗੁਰਮਤਿ ਦੇ ਅਨੁਕੂਲ ਹਨ। ਜਾ ਕਾ ਹਿਰਦਾ ਸ਼ੁੱਧ ਹੈ ਇਹ ਵੀ ਠੀਕ ਹੈ, ਤੇ ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੈਂ ਲੈ। ਅੱਗੇ ਹੈ ਜੀ, ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਏ, ਖੁਆਰ ਹੋਏ ਸਭ ਮਿਲेंगे ਬਚੈ ਸ਼ਰਨ ਜੋ ਹੋਏ। ਤੇ ਇੱਥੇ ਸਾਨੂੰ ਆਪਣੇ ਜਿਹੜਾ ਦੋਹਰਾ ਹੈ ਇਹਦੀ ਸਮਾਪਤੀ ਕਰ ਦੇਣੀ ਚਾਹੀਦੀ ਹੈ। ਲੇਕਿਨ ਅਸੀਂ ਦੇਖਾ ਦੇਖੀ ਹੋਰ ਬੜੀਆਂ ਪੰਕਤੀਆਂ ਨਾਲ ਇਹਦੇ ਜੋੜ ਲਈਆਂ ਜਿਹੜੀਆਂ ਕਿ ਗੁਰਮਤਿ ਦੇ ਅਨੁਕੂਲ ਨਹੀਂ ਹਨ। ਸੋ ਮੇਰੀ ਇਹੀ ਸਾਰਿਆਂ ਨੂੰ ਸਨਿਮਰ ਬੇਨਤੀ ਹੈ ਕਿ ਜਿਹੜੀਆਂ ਵਾਧੂ ਜੋੜੀ ਗਈਆਂ ਪੰਕਤੀਆਂ ਉਹ ਨਹੀਂ ਪੜ੍ਹਨੀਆਂ ਚਾਹੀਦੀਆਂ, ਅਤੇ ਇਸ ਆਖਰੀ ਪੰਕਤੀ ਤੇ ਖੁਆਰ ਹੋਏ ਸਭ ਮਿਲेंगे ਬਚੇ ਸ਼ਰਨ ਜੋ ਹੋਏ, ਇਹ ਤੇ ਹੀ ਸਾਨੂੰ ਜੈਕਾਰਾ ਗਜਾ ਦੇਣਾ ਚਾਹੀਦਾ ਹੈ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਿਚਾਰ ਕਰਦਿਆਂ ਬਹੁਤ ਸਾਰੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਜੀ, ਬਖਸ਼ ਲੈਣਾ। ਤੇ ਸੋ ਹੁਣ ਮੈਂ ਵੀ ਇੱਥੇ ਹੀ ਫਤਿਹ ਬੁਲਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਅਹਿਮ ਜਾਣਕਾਰੀ ਵੀਰ ਜੀ ਨੇ ਦਿੱਤੀ ਹੈ ਇਸ ਦੋਹਰੇ ਬਾਰੇ। ਤੋ ਜਿਵੇਂ ਉਹਨਾਂ ਨੇ ਵੀ ਦੱਸਿਆ ਵੀ ਕਈ ਥਾਂ ਤੇ ਨਹੀਂ, ਔਰ ਬਹੁਤ ਸਾਰੇ ਡੇਰੇ ਨੇ ਜਿਹੜੇ ਇਹ ਦੋਹਰਾ ਨਹੀਂ ਪੜ੍ਹਦੇ। ਮੈਂ ਖੁਦ ਦੇਖਿਆ ਕਈ ਥਾਂ ਤੇ ਜਾ ਕੇ, ਇਹ ਦੋਹਰਾ ਉਹ ਨਹੀਂ ਪੜ੍ਹਦੇ
ਕਿਉਂਕਿ ਉਹਨਾਂ ਨੂੰ ਸੂਟ ਨਹੀਂ ਕਰਦਾ। ਦੂਜੀ ਗੱਲ ਇਹ ਹੈ ਕਿ ਉਹ ਜਿਹੜੀ ਗੱਲ ਵੀਰ ਜੀ ਨੇ ਦੱਸੀ ਹੈ ਕਿ ਪ੍ਰਗਟ ਗੁਰਾਂ ਕੀ ਦੇਹ ਕਰਨ ਕਰਕੇ, ਤੇ ਇੱਕ ਵਾਰੀ ਅੱਗੇ ਵੀ ਗੱਲ ਦੱਸੀ ਸੀ ਵੀ ਸਾਡੇ ਮਿਸ਼ਨਰੀ ਕਾਲਜ ਵਿੱਚ ਬੱਚੀਆਂ ਪੜ੍ਹਦੀਆਂ ਸਨ, ਤਾਂ ਉੱਥੇ ਇੱਕ ਬੱਚੀ ਮਤਲਬ ਰੋਈ ਜਾਏ ਸ਼ਾਮ ਨੂੰ। ਹਰਜੀਤ ਸਿੰਘ ਜੀ ਵੀ ਉੱਥੇ ਸਨ, ਤਾਂ ਉਹਨੂੰ ਪੁੱਛਿਆ ਬੇਟਾ ਹੋਇਆ ਕੀ, ਰੋਂਦੀ ਕਿਉਂ? ਉਹ ਕਹਿੰਦੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਸੈਰ ਹੀ ਨਹੀਂ ਕਰਾਉਂਦੇ, ਤੁਸੀਂ ਤਾਂ ਉਦੋਂ ਹੀ ਸੁੱਖ ਹਾਸਲ ਕਰਤਾ। ਅਸੀਂ ਵੀ ਹੈਰਾਨ ਹੋਏ, ਪੁੱਛਿਆ, ਉਹ ਕਹਿੰਦੇ ਨਹੀਂ ਸਾਡੇ ਤੇ ਉੱਥੇ ਬਾਬਾ ਜੀ ਸਿਰ ਤੇ ਆਪਣਾ ਪੀੜਾ ਰੱਖ ਕੇ ਤੇ ਬਾਗ ਵਿੱਚ ਚੱਕਰ ਲਗਾਉਂਦੇ ਸੀਗੇ, ਤੇ ਤੁਸੀਂ ਗੁਰੂ ਸਾਹਿਬ ਨੂੰ ਸੈਰ ਹੀ ਨਹੀਂ ਕਰਾਉਂਦੇ। ਤਾਂ ਮਤਲਬ ਇਹ ਆ ਵੀ ਇਹੋ ਜਿਹੀਆਂ ਕਰਮਕਾਂਡੀ ਗੱਲਾਂ ਔਰ ਇਹੋ ਜਿਹੇ ਵਹਿਮ ਜਿਹੜੇ ਨੇ ਉਹ ਸਾਡੇ ਮਨਾਂ 'ਚ ਆ ਗਏ ਨੇ, ਜਦ ਕਿ ਗੁਰਬਾਣੀ ਸਾਨੂੰ ਸਾਰਿਆਂ ਵਹਿਮਾਂ ਦੇ ਚੱਕਰ 'ਚੋਂ ਕੱਢਿਆ ਬਾਬੇ ਨਾਨਕ ਨੇ, ਪਰ ਅਸੀਂ ਮੁੜ ਕੇ ਉਹ ਕਈ ਸਵਾਰਥੀ ਗੱਲਾਂ ਕਰਕੇ ਜਾਂ ਅਗਿਆਨਤਾ ਕਰਕੇ ਅਸੀਂ ਫਿਰ ਉਹਨਾਂ ਕਰਮਕਾਂਡਾਂ 'ਚ ਅੱਜ ਲਿਪਤ ਹੋਏ ਹਾਂ। ਤੋ ਇਸ ਦੋਹਰੇ ਬਾਰੇ ਵੀਰ ਜੀ ਨੇ ਦੱਸਿਆ, ਬੇਸ਼ੱਕ ਨਹੀਂ ਹੈ ਕਿਸੇ ਮਰਿਆਦਾ ਵਿੱਚ ਲਿਖਿਆ ਬਈ ਇਹ ਰਹਿਤ ਮਰਿਆਦਾ, ਸਿੱਖ ਰਹਿਤ ਮਰਿਆਦਾ 'ਚ ਹੀ, ਪਰ ਅਸੀਂ ਆਮ ਜ਼ਿੰਦਗੀ 'ਚ ਦੇਖਦੇ ਹਾਂ ਕਿ ਕਈ ਚੀਜ਼ਾਂ ਜਿਹੜੀਆਂ ਪ੍ਰੈਕਟਿਸ 'ਚ ਹੁੰਦੀਆਂ ਨੇ, ਲਾਅ 'ਚ ਨਹੀਂ ਹੈਗੀਆਂ ਪਰ ਪ੍ਰੈਕਟਿਸ ਹੈਗੀ ਹੈ, ਉਹਨਾਂ ਨੂੰ ਬਕਾਇਦਾ ਫੋਲੋ ਕੀਤਾ ਜਾਂਦਾ ਹੈ। ਤਾਂ ਇਸੇ ਤਰ੍ਹਾਂ ਸਮਝ ਲਈਏ ਕਿ ਸਾਡੀ ਪ੍ਰੈਕਟਿਸ ਹੈ, ਸਾਡੀ ਰੋਹ ਰੀਤੀ ਹੈ, ਤੇ ਆਪਾਂ ਇਹਨੂੰ ਫੋਲੋ ਕਰੀਏ। ਵੀਰ ਜੀ ਨੇ ਦੱਸਿਆ ਵੀ ਚੜ੍ਹਦੀ ਕਲਾ ਦਾ ਇਹ ਪ੍ਰਤੀਕ ਹੈ ਤੇ ਕਰਨਾ ਚਾਹੀਦਾ। ਕੇਵਲ ਡੇਰਿਆਂ ਦੀ ਗੱਲ ਨਹੀਂ ਹੈ, ਕਈ ਥਾਂ ਤੇ ਗੁਰਦੁਆਰਿਆਂ 'ਚ ਜਾਂ ਸਮਾਗਮਾਂ 'ਚ ਹੀ ਉਹ ਪਤਾ ਨਹੀਂ ਕੀ ਗੱਲ ਹੈ ਵੀ ਜਿੰਨਾ ਚਿਰ ਮਰਜ਼ੀ ਸਮਾਗਮ ਚੱਲ ਜਾਏ, ਪਰ ਜਿਸ ਵੇਲੇ ਅਰਦਾਸ ਤੋਂ ਬਾਅਦ ਦੋਹਰਾ ਨਹੀਂ ਪੜ੍ਹਿਆ ਜਾਂਦਾ, ਨਾਲ ਹੀ ਜਕਾਰਾ ਛੱਡਤਾ ਜਾਂਦਾ। ਤੋ ਸਾਨੂੰ ਇਕਸਾਰਤਾ ਲਿਆਉਣ ਲਈ ਵੀ ਇਹ ਦੋਹਰਾ ਜਿਹੜਾ ਹਰ ਥਾਂ ਤੇ ਪੜ੍ਹਨਾ ਚਾਹੀਦਾ। ਕਿੱਕਰ ਸਿੰਘ ਜੀ, ਆਪ ਦਾ ਇੱਕ ਵਾਰੀ ਫੇਰ ਮੈਂ ਧੰਨਵਾਦ ਕਰਦਾ। ਤੋ ਸੰਗਤ ਜੀ, ਅਗਲਾ ਜਿਹੜਾ ਸਵਾਲ ਹੈ ਉਹ ਵੀ ਬੜਾ ਅਹਿਮ ਸਵਾਲ ਹੈ ਕਿ ਅਸੀਂ ਦੇਖਦੇ ਹਾਂ ਕਿ ਕਿਉਂਕਿ ਹੁਣ ਟੈਲੀਵਿਜ਼ਨ ਤੇ ਸਾਰਾ ਕੁਝ ਟੈਲੀਕਾਸਟ ਹੁੰਦਾ ਹੈ, ਤੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਹੋਣ ਤੋਂ ਪਹਿਲਾਂ ਆਸਾ ਕੀ ਵਾਰ ਦਾ ਕੀਰਤਨ ਸ਼ੁਰੂ ਹੋ ਜਾਂਦਾ, ਤੇ ਸੰਗਤਾਂ ਵੀ ਕਾਫੀ ਜੁੜ ਜਾਂਦੀਆਂ ਨੇ। ਤੇ ਸਵਾਲ ਕਰਤਾ ਨੇ ਇਹ ਪੁੱਛਿਆ ਵੀ ਅਜਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਜੇ ਪ੍ਰਕਾਸ਼ ਨਹੀਂ ਹੋਇਆ ਤਾਂ ਉਸੇ ਤਰ੍ਹਾਂ ਉੱਥੇ ਸੰਗਤਾਂ ਆਉਂਦੀਆਂ ਨੇ, ਮੱਥਾ ਟੇਕਦੀਆਂ ਨੇ, ਬੈਠਦੀਆਂ ਨੇ, ਕੀਰਤਨ ਸੁਣਦੀਆਂ ਨੇ। ਤਾਂ ਬਾਈ ਆਏ ਕੀਰਤਨ ਕਰਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੋਂ ਪਹਿਲਾਂ, ਜਾਂ ਮੱਥਾ ਟੇਕਣਾ ਜਿਹੜਾ ਹੈ, ਜਾਂ ਹਾਲੇ ਪ੍ਰਕਾਸ਼ ਹੀ ਨਹੀਂ ਹੋਇਆ ਤੇ ਕਿਹਨੂੰ ਮੱਥਾ ਟੇਕਣਾ? ਇਹ ਆਇਆ ਗੱਲਾਂ ਠੀਕ ਨੇ ਨਹੀਂ ਠੀਕ, ਇਹ ਸਾਨੂੰ ਸਵਾਲ ਆਇਆ। ਸਤਜਿੰਦਰ ਸਿੰਘ ਜੀ, ਕਿਰਪਾ ਕਰੋ ਇਹਦੇ ਬਾਰੇ ਚਾਨਣਾ ਪਾਓ। ਹਾਂਜੀ, ਤੇਜਿੰਦਰ ਸਿੰਘ ਅਨਮਿਊਟ ਕਰ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਸਵਾਲ ਚੱਲ ਰਿਹਾ, ਪਿਛਲਾ ਸਵਾਲ ਵੀ ਵੀਰ ਕਿੱਕਰ ਸਿੰਘ ਜੀ ਨੇ ਜਵਾਬ ਦਿੱਤਾ ਹੈ ਕਿ ਦੋਹਰਾ ਪੜ੍ਹਨਾ ਚਾਹੀਦਾ ਜਾਂ ਨਹੀਂ ਪੜ੍ਹਨਾ ਚਾਹੀਦਾ। तो मैं ਇਹਦੇ ਬੈਕਗ੍ਰਾਉਂਡ ਵਿੱਚ ਅੱਜ ਦੇ ਸਵਾਲ ਦੇ ਵਿੱਚ ਜਿਹੜਾ ਹੋਣਾ ਹੈ ਔਰ ਪਿਛਲੇ ਸਵਾਲ ਦੇ ਵਿੱਚ ਕਿ ਜੋ ਮਹੰਤ ਪ੍ਰੀਤਮ ਦਾਸ ਸੀਗਾ, ਉਸਨੇ ਜਿਹੜੀ 18ਵੀਂ ਸਦੀ ਦੇ ਵਿੱਚ ਜਿਸ ਵੇਲੇ ਮਿਸਲਾਂ ਦਾ ਸਮਾਂ ਸੀਗਾ, ਉਸ ਵੇਲੇ ਆਪਣਾ ਜਿਹੜਾ ਹੈ ਦਰਬਾਰ ਸਾਹਿਬ ਦੇ ਅੰਦਰ ਆਪਣਾ ਇੱਕ ਭੁੰਗਾ ਸਥਾਪਿਤ ਕਰਿਆ। ਜਿਹੜੇ ਮਹੰਤ ਪ੍ਰੀਤਮ ਦਾਸ ਸੀਗੇ, ਇਹ ਜਿਹੜੇ ਸਨ ਇਹ ਨਿਰਮਲਿਆਂ ਦੇ ਜਿਹੜੇ ਨਾਲ ਉਸ ਦੇ ਨਾਲ ਸੰਬੰਧ ਰੱਖਦੇ ਸਨ। ਤੋ ਇਹਨਾਂ ਨੇ ਉੱਤੇ ਇਹ ਭੁੰਗਾ ਜਿਹੜਾ ਹੈ ਬਾਅਦ ਵਿੱਚ ਗਿਆਨੀਆਂ ਦਾ ਭੁੰਗਾ ਵੀ ਕਹਿਲਾਇਆ, ਜਿਹਦੇ ਵਿੱਚ ਗਿਆਨੀ ਗਿਆਨ ਸਿੰਘ ਜੀ ਨੇ ਔਰ ਬਾਕੀ ਜਿਹੜੇ ਪ੍ਰਾਚੀਨ ਪੰਥ ਪ੍ਰਕਾਸ਼ ਕਾਫੀ ਰਚਨਾਵਾਂ ਜਿਹੜੀਆਂ ਹਨ ਉਹ ਇੱਥੇ ਲਿਖੀਆਂ ਗਈਆਂ। ਤੋ ਉਹਨਾਂ ਨੇ ਉਸ ਤੋਂ ਬਾਅਦ ਆਪਣੇ ਜਿਹੜੇ ਅੱਗੋਂ ਡਿਸੈਂਡੈਂਟ ਸੀਗੇ, ਉਹਨਾਂ ਚੋਂ ਇੱਕ ਜਿਹੜੇ ਸੰਤ ਤੇਜਾ ਸਿੰਘ ਸੀਗੇ, ਤੇ ਹੁਣ ਵਾਲੇ ਤੇਜਾ ਸਿੰਘ ਨਹੀਂ, ਉਹ ਵੀ ਆਪਣੇ ਆਪ ਨੂੰ ਸੰਤ ਕਹਿੰਦੇ ਸਨ। ਉਹਨਾਂ ਨੂੰ ਆਪਣੇ ਬਾਅਦ ਵਿੱਚ ਉਹਨਾਂ ਨੇ ਦਰਬਾਰ ਸਾਹਿਬ ਦਾ ਮੁੱਖ ਗ੍ਰੰਥੀ ਹੈਡ ਗ੍ਰੰਥੀ ਬਣਾ ਦਿੱਤਾ, ਤੇ ਨਾਲ ਹੀ ਉਹਨਾਂ ਨੇ ਅਕਾਲ ਤਖਤ ਦਾ ਉਹਨੂੰ ਜਥੇਦਾਰ ਵੀ ਬਣਾ ਦਿੱਤਾ, ਤੇ ਉਹਨੂੰ ਮਹਾਰਾਜਾ ਰਣਜੀਤ ਸਿੰਘ ਦੇ ਬਾਅਦ ਵਿੱਚ ਬੜਾ ਕਲੋਜ਼ ਕਰ ਦਿੱਤਾ। ਤੇ ਉਹ ਉਹਨਾਂ ਕੋਲੋਂ ਕਾਫੀ ਮਾਇਆ ਲੈ ਕਰਕੇ ਜਿਹੜੇ ਦੂਜੇ ਮੰਦਰ ਸੀਗੇ ਉਹਨਾਂ ਨੂੰ ਦਵਾਉਂਦੇ ਰਹੇ, ਤੇ ਇਸੇ ਚੱਕਰ ਦੇ ਵਿੱਚ ਉਹਨਾਂ ਨੇ ਮਸਜਿਦ ਵਿੱਚ ਲਾਹੌਰ ਦੇ ਵਿੱਚ ਸੁਨਹਿਰੀ ਮਸਜਿਦ ਸੀ, ਉੱਥੇ ਵੀ ਸੋਨਾ ਲਵਾਤਾ, ਦਰਬਾਰ ਸਾਹਿਬ ਤੇ ਵੀ ਸੋਨਾ ਲਵਾਤਾ। ਤੇ ਇਹ ਮਰਿਆਦਾ ਜਿਹੜੀ ਹੈ ਉਹਨਾਂ ਨੇ ਇੱਕ ਰੌ-ਰੀ ਤਰੀਕੇ ਦੇ ਨਾਲ ਇੱਕ ਉਸ ਵੇਲੇ ਬਣਾਈ ਸੀਗੀ। ਤੇ ਉਸ ਰੌ-ਰੀ ਦਾ ਮਤਲਬ ਬੇਸਿਕਲੀ ਇਹ ਸੀਗਾ ਕਿ ਅਸੀਂ ਕਿਵੇਂ ਜਿਹੜੇ ਸਾਡੇ ਕੋਲ ਡੋਨੇਸ਼ਨ ਆਉਂਦੀ ਹੈ, ਗੋਲਕ ਆਉਂਦੀ ਹੈ, ਅਸੀਂ ਉਹਨੂੰ ਕਿਵੇਂ ਵਰਤਣਾ ਹੈ। ਪਰ ਉਹਦੇ 'ਚ ਉਹਨਾਂ ਨੇ ਆਪਣੇ ਆਪ ਇਹਦੀ ਅਪਰੂਵਲ ਲੈ ਕਰਕੇ ਤੇ ਦਰਬਾਰ ਸਾਹਿਬ ਦੇ ਅੰਦਰ ਜਿਹੜੀ ਮਰਿਆਦਾ ਉਹਨਾਂ ਨੇ ਇੱਕ ਸੈੱਟ ਕਰ ਦਿੱਤੀ। ਸੋ ਉਸ ਮਰਿਆਦਾ ਦੇ ਵਿੱਚ ਹੀ
ਇਹ ਚੀਜ਼ਾਂ ਜਿਹੜੀਆਂ ਉਹਨਾਂ ਨੇ ਵਿੱਚ ਪਾ ਦਿੱਤੀਆਂ, ਕਿਉਂਕਿ ਮਿਸਲਾਂ ਦੇ ਸਮੇਂ ਦੇ ਅੰਦਰ ਜਿਵੇਂ ਵੀਰ ਜੀ ਨੇ ਕਿਹਾ, ਭਾਈ ਪ੍ਰਹਲਾਦ ਸਿੰਘ ਜੀ ਨੇ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੰਤਮ ਸ਼ਬਦ ਸੀਗੇ, ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ, ਤਾਂ ਉਹਨਾਂ ਨੇ ਇੱਕ ਗੱਲ ਕਿਹਾ ਕਿ ਅੱਜ ਤੋਂ ਬਾਅਦ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਸਮਝਣਾ, ਔਰ ਜਿਹੜੇ ਪੰਥ ਹੈ ਉਹ ਪ੍ਰਗਟ ਗੁਰਾਂ ਕੀ ਦੇਹ, ਜਿਹੜੀ ਦੇਹ ਦੇ ਫੰਕਸ਼ਨ ਸਨ, ਉਹ ਹੁਣ ਪੰਥ ਜਿਹੜਾ ਪੰਜ ਪਿਆਰੇ ਪੰਥ ਜਿਹੜੇ ਉਹਨੂੰ ਉਸਨੂੰ ਡਿਸਚਾਰਜ ਕਰਨ। ਤੇ ਉਸ ਦੋਹਰੇ ਨੂੰ ਜਿਹੜਾ ਹੈ ਉਹ ਮਿਸਲਾਂ ਦੇ ਸਮੇਂ ਦੇ ਅੰਦਰ ਪੜ੍ਹਨਾ ਉਹਨੂੰ ਸ਼ੁਰੂ ਕਰਦੇ ਦਰਬਾਰ ਸਾਹਿਬ ਦੇ ਅੰਦਰ, ਉਹ ਰੌ ਰੀਤ ਦੇ ਨਾਲ ਹੀ ਉਹ ਚੱਲਦਾ ਰਿਹਾ। ਤੇ ਬਾਅਦ ਵਿੱਚ ਇਹ ਜਿਹੜੀ ਹੁਣ ਪਰਪਾਟੀ ਜਿਹੜੀ ਹੈ, ਕਿਉਂਕਿ ਪਹਿਲਾਂ ਦਰਬਾਰ ਸਾਹਿਬ ਦੇ ਅੰਦਰ ਜਦੋਂ ਪੰਚਮ ਪਾਤਸ਼ਾਹ ਜੀ ਆਉਂਦੇ ਸਨ ਤਾਂ ਉਹ ਆ ਕੇ ਜਿਹੜੇ ਆਪ ਕੀਰਤਨ ਕਰਦੇ ਸਨ ਸਰੰਦਾ ਲੈ ਕਰਕੇ, ਉਹ ਸਰੰਦੇ ਬਹਿ ਕੇ ਆਪ ਕੀਰਤਨ ਸ਼ੁਰੂ ਕਰਦੇ ਸਨ ਆਸਾ ਕੀ ਵਾਰ ਦਾ, ਤੇ ਸੰਗਤਾਂ ਉਸ ਕੀਰਤਨ ਨੂੰ ਸੁਣਦੀਆਂ ਸਨ। ਤੇ ਇੱਥੋਂ ਤੱਕ ਵੀ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਮਹਾਰਾਜ ਜੀ ਉਸ ਬਾਣੀ ਦੇ ਜਿਹੜੇ ਅਰਥ ਵੀ ਸਨ ਉਹ ਵੀ ਕੁਝ ਸਮਾਂ ਦਰਬਾਰ ਸਾਹਿਬ ਦੇ ਅੰਦਰ ਕਰਦੇ ਰਹੇ, ਬਾਅਦ ਵਿੱਚ ਮੰਜੀ ਸਾਹਿਬ ਵਾਲੇ ਸਥਾਨ ਦੇ ਉੱਪਰ ਜਿਹੜਾ ਦੀਵਾਨ ਹਾਲ ਹੈ ਉੱਥੇ ਕਰਦੇ ਰਹੇ। ਤੋਂ ਇਹ ਮਰਿਆਦਾ ਜਿਹੜੀ ਹੈ, ਜਦੋਂ ਮਹਾਰਾਜ ਦਾ ਪ੍ਰਕਾਸ਼ ਹੀ ਨਹੀਂ ਹੋਇਆ, ਮਾਲੇ ਗੁਰੂ ਅਰਜਨ ਦੇਵ ਮਹਾਰਾਜ ਜੀ ਨਹੀਂ ਆਏ, ਤੇ ਉਹਨਾਂ ਦੀ ਅਗਵਾਨੀ ਜਿਸ ਵੇਲੇ ਉਹ ਕੋਠਾ ਸਾਹਿਬ ਤੋਂ ਆਉਂਦੇ ਸਨ, ਤੇ ਸਿੰਘ ਅੱਗੇ ਅੱਗੇ ਜਿਹੜੇ ਬੇਨਤੀ ਦੇ ਸ਼ਬਦ ਪੜ੍ਹਦੇ ਪੜ੍ਹਦੇ ਦਰਬਾਰ ਸਾਹਿਬ ਦੇ ਵਿੱਚ ਆਇਆ ਕਰਦੇ ਸਨ, ਔਰ ਦਰਬਾਰ ਸਾਹਿਬ ਦੇ ਅੰਦਰ ਆ ਕਰਕੇ ਮਹਾਰਾਜ ਜੀ ਸੁਸ਼ੋਭਿਤ ਹੁੰਦੇ ਸਨ, ਤੇ ਸੰਗਤਾਂ ਜਿਹੜੀਆਂ ਉਹਨਾਂ ਦੇ ਦਰਸ਼ਨ ਕਰਕੇ ਉਹਨੂੰ ਆਪਣਾ ਸੀਸ ਜਿਹੜਾ ਨਿਵਾਉਂਦੇ ਹੁੰਦੇ ਸਨ। ਫਿਰ ਜਿਹੜੀ ਆਸਾ ਕੀ ਵਾਰ ਦਾ ਕੀਰਤਨ ਜਿਹੜਾ ਹੈ ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਕਰਿਆ ਕਰਦੇ ਸਨ, ਔਰ ਨਾਲ ਉਹਨਾਂ ਦੇ ਸਿੰਘ ਜਿਹੜੇ ਸਨ ਉਹਨਾਂ ਦਾ ਸਾਥ ਦਿੰਦੇ ਹੁੰਦੇ ਸਨ। ਤੋਂ ਇਹ ਜਿਹੜੀ ਮੌਜੂਦਾ ਮਰਿਆਦਾ ਜਿਹੜੀ ਚੱਲੀ ਆ ਰਹੀ ਹੈ, ਇਹ ਮੈਂ ਜਿਵੇਂ ਹੁਣੇ ਦੱਸਿਆ ਕਿ ਜਦੋਂ ਨਿਰਮਲਿਆਂ ਦਾ ਕੰਟਰੋਲ ਦਰਬਾਰ ਸਾਹਿਬ ਦੇ ਉੱਪਰ ਹੋ ਗਿਆ, ਤਾਂ ਉਹਨਾਂ ਨੇ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਆਪਣੇ ਵਿਕੁਲਿਤ ਢੰਗ ਦੇ ਨਾਲ, ਆਪਣੀ ਮਨਮਰਜ਼ੀ ਦੇ ਨਾਲ ਇਹ ਜਿਹੜੀ ਮਰਿਆਦਾ ਐਸਟੈਬਲਿਸ਼ ਕਰ ਦਿੱਤੀ ਹੈ, ਜਿਹਦਾ ਕੋਈ ਬੇਸਿਸ ਨਹੀਂ ਹੈ। ਤੇ ਇਹਦਾ ਕਾਰਨ ਇਹ ਬਣਿਆ ਕਿ ਨਿਹਰਾ ਪੀੜੇ ਸਾਹਿਬ ਨੂੰ ਹੀ ਮੱਥਾ ਜਿਹੜੇ ਹਨ ਉਹ ਟੇਕਣਾ ਸੰਗਤਾਂ ਸ਼ੁਰੂ ਹੋ ਗਈਆਂ, ਜਦ ਕਿ ਉੱਥੇ ਗੁਰੂ ਸਾਹਿਬ ਹੈ ਨਹੀਂ। ਗੁਰੂ ਮਹਾਰਾਜ ਦਾ ਗੁਰੂ ਗ੍ਰੰਥ ਸਾਹਿਬ ਜਿਹੜੇ ਸਾਡੇ ਹਨ ਗੁਰੂ ਹਨ, ਉਹ ਤੇ ਅਲੀ ਕੋਠਾ ਸਾਹਿਬ ਹਨ, ਤੇ ਉਥੋਂ ਉਹ ਸੰਗਤ ਬੜੇ ਸ਼ਾਨੋ ਸ਼ੌਕਤ ਨਾਲ ਆ ਰਹੇ ਹਨ। ਤੇ ਦਰਬਾਰ ਸਾਹਿਬ ਦੇ ਅੰਦਰ ਆਸਾ ਕੀ ਵਾਰ ਦਾ ਕੀਰਤਨ ਹੋਣਾ ਔਰ ਸੰਗਤਾਂ ਦੇ ਵਿੱਚ ਆ ਕਰਕੇ ਮੱਥਾ ਟੇਕਣਾ ਪੀੜੇ ਸਾਹਿਬ ਨੂੰ, ਇਹ ਕੋਈ ਗੁਰਮਤ ਦੇ ਸਿਧਾਂਤਾਂ ਦੇ ਅਨੁਸਾਰ ਨਹੀਂ ਲੱਗਦਾ, ਕਿਉਂਕਿ ਸੀਸ ਸਾਡਾ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਔਰ ਮੌਜੂਦਾ ਉਸ ਸਮੇਂ ਗੁਰੂ ਅਰਜਨ ਦੇਵ ਜੀ ਦੇ ਸਾਹਮਣੇ ਹੀ ਜਿਹੜਾ ਹੈ ਝੁਕ ਸਕਦਾ ਸੀਗਾ। ਇਸ ਕਰਕੇ ਮਰਿਆਦਾ ਮੰਨੀ ਨਹੀਂ ਜਾ ਸਕਦੀ ਕਿ ਗੁਰੂ ਮਹਾਰਾਜ ਨਾ ਆਣ ਤੇ ਉਸ ਵੇਲੇ ਇਸ ਦਾ ਜਿਹੜਾ ਸੰਗਤਾਂ ਕੀਰਤਨ ਕਰਨ ਲੱਗ ਪੈਣ ਤੇ ਫਿਰ ਗੁਰੂ ਮਹਾਰਾਜ ਜੀ ਬਾਅਦ ਵਿੱਚ ਐਂਟਰੀ ਕਰਨ। ਤੋਂ ਇਹ ਇੱਕ ਮਨਮਾਤੀ ਮਰਿਆਦਾ ਹੈ, ਔਰ ਇਸ ਨੂੰ ਜਿਹੜਾ ਹੈ ਸਿੰਘ ਸਭਾ ਵਾਲਿਆਂ ਨੇ, ਗਿਆਨੀ ਦਿਸ ਸਿੰਘ ਔਰ ਪ੍ਰੋਫੈਸਰ ਗੁਰਮੁਖ ਸਿੰਘ ਹੋਰਾਂ ਨੇ ਇਸ ਨੂੰ ਜਿਹੜਾ ਹੈ ਕਰੈਕਟ ਕੀਤਾ, ਔਰ ਉਸ ਸਮੇਂ ਦੇ ਅੰਦਰ ਇਹ ਦੋਹਰਾ ਜਿਹੜਾ ਹੈ ਆਗਿਆ ਪਈ ਕਾਲਕੀ ਵਾਲਾ, ਔਰ ਇਹ ਜੋ ਮਰਿਆਦਾ ਹੈ ਇਸ ਨੂੰ ਉਸ ਵਕਤ ਚੇਂਜ ਕੀਤਾ ਗਿਆ। ਤੇ ਇਹ ਬਾਅਦ ਵਿੱਚ ਫਿਰ ਜਦੋਂ ਅੰਗਰੇਜ਼ ਜਿਹੜੇ ਹਨ ਉਹਨਾਂ ਨੇ ਆਪਣਾ ਜਿਸ ਵੇਲੇ ਉਹਨਾਂ ਦੀ ਜੋ ਆਪਣੇ ਸੰਸਾਰ ਤੋਂ ਚਲੇ ਗਏ ਪ੍ਰੋਫੈਸਰ ਗੁਰਮੁਖ ਸਿੰਘ ਹੋਰੀ ਔਰ ਗਿਆਨੀ ਦੇਸ ਸਿੰਘ ਹੋਰੀ, ਤਾਂ ਇਹਨਾਂ ਨੇ ਫਿਰ ਜਿਹੜੇ ਉੱਥੇ ਕਾਬਜ ਸਨ, ਜਿਹੜੇ ਸੰਤ ਮਹੰਤ ਸਨ, ਉਹਨਾਂ ਨੇ ਮੁੜ ਕੇ ਹੋਈ ਜਿਹੜੀ ਚੀਜ਼ ਮਰਿਆਦਾ ਪੁਰਾਣੀ ਔਰ ਅੰਗਰੇਜ਼ਾਂ ਦੇ ਦਬਾਅ ਹੇਠਾਂ ਇਹ ਆਗਿਆ ਪਈ ਕਾਲਕੀ ਦਾ ਜਿਹੜਾ ਹੈ ਇਹ ਬੰਦ ਕਰ ਦਿੱਤਾ, ਔਰ ਬੋਲੇ ਸੋ ਨਿਹਾਲ ਦਾ ਜਕਾਰਾ ਵੀ ਜਿਹੜਾ ਬੰਦ ਕਰ ਦਿੱਤਾ। ਮੈਂ ਬੇਨਤੀ ਕਰਾਂ ਕਿ ਜਿਸ ਵੇਲੇ ਬਾਬਾ ਦੀਪ ਸਿੰਘ ਜੀ ਦੀ ਚੌਂਕੀ ਜਿਹੜੀ ਹੈ ਉਹ ਦਰਬਾਰ ਸਾਹਿਬ ਦੇ ਅੰਦਰ ਆਉਂਦੀ ਹੈ, ਤਾਂ ਉਸ ਵਕਤ ਕੁਝ ਦੇਰ ਵਾਸਤੇ ਕੀਰਤਨ ਜਿਹੜਾ ਹੈ ਉਹ ਰੁਕ ਜਾਂਦਾ ਹੈ ਦਰਬਾਰ ਸਾਹਿਬ ਦੇ ਅੰਦਰ, ਔਰ ਬਾਹਰ ਖੜੇ ਹੋ ਕਰਕੇ ਉਹ ਅਰਦਾਸ ਕਰਦੇ ਹਨ, ਔਰ ਉਹਦੇ 'ਚ ਬੋਲੇ ਸੋ ਨਿਹਾਲ ਦਾ ਜਿਹੜਾ ਹੈ ਜਕਾਰਾ ਜਿਹੜਾ ਉਹ ਹਾਲੇ ਵੀ ਬੁਲਾਇਆ ਜਾਂਦਾ ਹੈ। ਤੋਂ ਇਹ ਮਰਿਆਦਾ ਜਿਹੜੀ ਹੈ ਇਹ ਸਾਨੂੰ ਠੀਕ ਕਰਨ ਦੀ ਲੋੜ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂਕਿ ਹੁਣ ਆਜ਼ਾਦ ਹੈ, ਹੁਣ ਉਹਦੇ ਉੱਪਰ ਕਿਸੇ ਪ੍ਰਕਾਰ ਦਾ ਕੋਈ ਪ੍ਰੈਸ਼ਰ ਨਹੀਂ ਹੈ, ਤਾਂ ਇਹ ਜਿਹੜੀ ਆਸਾ ਕੀ ਵਾਰ ਦੀ ਜਿਹੜੀ ਮਰਿਆਦਾ ਹੈ ਇਸ ਨੂੰ ਗੁਰੂ ਮਹਾਰਾਜ ਦੇ ਸਰੂਪ ਆਉਣ ਤੋਂ ਬਾਅਦ ਹੀ ਜਿਹੜੀ ਹੈ ਅਰਦਾਸ ਤੋਂ ਬਾਅਦ ਸ਼ੁਰੂ ਹੋਣਾ ਚਾਹੀਦਾ ਹੈ। ਔਰ ਕਈ ਜਦੋਂ ਦਰਬਾਰ ਸਾਹਿਬ ਦੇ ਅੰਦਰ ਜਾਂ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਮਹਾਰਾਜ ਦਾ ਪ੍ਰਕਾਸ਼ ਕਰਦੇ ਹਾਂ ਤੇ ਅਸੀਂ ਅਰਦਾਸ ਕਰਦੇ ਹਾਂ ਔਰ ਫਿਰ ਹੁਕਮਨਾਮਾ ਲੈ ਕਰਕੇ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਹਨ, ਲੇਕਿਨ ਉੱਥੇ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਉਹ ਅਲੱਗ ਜਿਹੇ ਢੰਗ ਦੇ ਨਾਲ ਹੀ ਚੱਲਦੀਆਂ ਹਨ। ਤਾਂ ਮੇਰੀ ਬੇਨਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਪਾਸੇ ਬਹੁਤ ਧਿਆਨ ਦੇਣ ਦੀ ਲੋੜ ਹੈ। ਇੱਕ ਤੇ ਜਕਾਰਾ ਜਿਹੜਾ ਹੈ ਉਸ ਨੂੰ ਦੁਬਾਰਾ ਜਿਹੜਾ ਹੈ ਆਗਿਆ ਪਈ ਕਾਲਕੀ ਵਾਲਾ, ਜਿਹੜੇ ਪੰਥਕ ਜਿਹੜੇ ਉਹ ਸਾਡੇ ਸਿਸਟਮ ਨੂੰ ਦੱਸਦੇ ਹਨ ਕਿ ਗੁਰੂ ਸਾਡੇ ਕੌਣ ਹਨ, ਗੁਰੂ ਗ੍ਰੰਥ ਸਾਹਿਬ ਹਨ, ਔਰ ਫਿਰ ਪੰਜ ਪਿਆਰਿਆਂ ਦਾ ਰੋਲ ਦਰਬਾਰ ਸਾਹਿਬ ਦੇ ਅੰਦਰ ਹੀ ਹੋਣਾ ਚਾਹੀਦਾ ਹੈ, ਉਹ ਵੀ ਸੁਸ਼ੋਭਿਤ ਹੋਣ ਤਾਂ ਕਿ ਪਤਾ ਲੱਗੇ ਕਿ ਗੁਰੂ ਗ੍ਰੰਥ ਸਾਹਿਬ ਦੇ ਤਾਬਿਆ ਜਿਹੜਾ ਪੰਥ ਖਾਲਸਾ ਜਿਹੜਾ ਉਹ ਗੁਰੂ ਦਾ ਜਿਹੜਾ ਉਹ ਸਰੀਰਕ ਰੋਲ ਜਿਹੜਾ ਕਰ ਰਿਹਾ ਹੈ।
ਸੋ ਵਿਚਾਰ ਕਰਦੇ ਹੋਏ ਅਨੇਕਾਂ ਭੁੱਲਾਂ ਦੀ ਖਿਮਾ ਮੰਗਦਾ ਹੈ। ਫਤਿਹ ਬੁਲਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਦੇਖੋ ਕਿੰਨੀਆਂ ਇਹ ਮਰਿਆਦਾਵਾਂ 'ਚ ਜੋ ਫਰਕ ਪੈ ਰਿਹਾ ਹੁਣ ਤਾਂ ਮਤਲਬ ਗੋਰਿਆਂ ਨੂੰ ਗਿਆ ਵੀ ਬੜਾ ਚਿਰ ਹੋ ਗਿਆ। ਜੇ ਅਗਰ ਉਹਨਾਂ ਦੀ ਇਨਫਲੂਐਂਸ ਕਰਕੇ ਮਹੰਤਾਂ ਰਾਹੀਂ ਇਹ ਦੋਹਰਾ ਬੰਦ ਕਰਵਾਇਆ ਸੀ ਜਾਂ ਕੋਈ ਹੋਰ ਪ੍ਰੈਕਟਿਸ ਜਿਹੜੀ ਆਪਣਾ ਆਸਾ ਕੀ ਵਾਰ ਦੀ ਗੱਲ ਕਰਦੇ ਆ ਤੋ ਇਹ ਭਾਵੇਂ ਦੋਨੋਂ ਵੱਖੋ ਵੱਖਰੇ ਸਵਾਲ ਸਨ, ਪਰ ਗੱਲ ਇੱਕੋ ਥਾਂ ਤੇ ਅਟਕਦੀ ਹੈ ਕਿ ਕਿਉਂ ਨਹੀਂ ਅਜੇ ਤੱਕ ਸਿੱਖ ਪੰਥ ਵਿੱਚ ਸਾਡੀ ਜਿਹੜੀਆਂ ਸੰਸਥਾਵਾਂ ਨੇ ਇਹਦਾ ਫੈਸਲਾ ਲੈ ਸਕੀਆਂ। ਜਿਵੇਂ ਪਹਿਲੇ ਬੇਨਤੀ ਕੀਤੀ ਹੈ, ਸਿਰਫ ਇਹ ਨਹੀਂ ਹੋਰ ਵੀ ਕਈ ਐਸੀਆਂ ਗੱਲਾਂ ਨੇ ਜਿਹੜੀਆਂ ਇਸ ਪਲੇਟਫਾਰਮ ਤੇ ਆਪਾਂ ਡਿਸਕਸ ਕਰਦੇ ਰਹੇ ਨੇ, ਜਿਨ੍ਹਾਂ ਬਾਰੇ ਫੌਰੀ ਤੌਰ ਤੇ ਉਹਦਾ ਪ੍ਰਬੰਧ ਕਰਨ ਦੀ ਲੋੜ ਹੈ। ਪਰ ਦੇਖੋ ਹੈਰਾਨੀ ਦੀ ਗੱਲ ਇਹ ਹੈ ਕਿ ਇਸੇ ਤਰ੍ਹਾਂ ਉਮਰਾਂ ਲੰਘਦੀਆਂ ਜਾ ਰਹੀਆਂ, ਦਿਨ ਬੀਤਦੇ ਜਾ ਰਹੇ ਨੇ ਤੇ ਕੋਈ ਇਸ ਪਾਸੇ ਬਹੁਤਾ ਧਿਆਨ ਨਹੀਂ ਦੇ ਰਿਹਾ। ਹਾਲਾਂਕਿ ਇਹ ਗੱਲਾਂ ਬੜੀਆਂ ਅਹਿਮ ਨੇ ਤੇ ਜੇ ਲਾਗੂ ਵੀ ਕੀਤੀਆਂ ਜਾਣ ਤੇ ਕੋਈ ਐਸੀ ਗੱਲ ਲੱਗਦੀ ਨਹੀਂ ਵੀ ਜਿਹੜੀ ਕੋਈ ਉਹਦੇ 'ਚ ਪਰੇਸ਼ਾਨੀ ਆ ਸਕਦੀ ਹੈ, ਕਿਉਂਕਿ ਜਿਹੜੀਆਂ ਗੱਲਾਂ ਨੇ ਸਾਰੀਆਂ ਮਰਿਆਦਾ ਦੇ ਅਨੁਸਾਰ ਨੇ, ਹੋਣੀਆਂ ਵੀ ਚਾਹੀਦੀਆਂ। ਕਿਉਂ ਨਹੀਂ ਹੋ ਰਹੀਆਂ, ਇਹਦੇ ਲਈ ਤਾਂ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ। ਔਰ ਕਿਉਂ ਨਾ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਬਾਰੇ ਵੱਧ ਤੋਂ ਵੱਧ ਜਿਹੜੀਆਂ ਸੰਗਤਾਂ ਨੇ ਉਹਨਾਂ ਨੂੰ ਲਿਖਣ, ਤਾਂ ਜੇ ਬਹੁਤ ਸਾਰੀ ਵੱਡੀ ਗਿਣਤੀ ਜਿਸ ਤਰ੍ਹਾਂ ਸੰਗਤਾਂ ਅਪਰੋਚ ਕਰਨਗੀਆਂ ਤੇ ਸ਼ਾਇਦ ਹੋ ਸਕਦਾ ਉਹਨਾਂ ਨੂੰ ਸੋਚਣ ਤੇ ਮਜਬੂਰ ਹੋਣ। ਮੈਂ ਸਮਝਦਾ ਕਿ ਇਹਦੇ 'ਚ ਅਸੀਂ ਖੁਦ ਵੀ ਭਾਗੀਦਾਰ ਹਾਂ, ਕਿਉਂਕਿ ਸਾਨੂੰ ਪਤਾ ਹੋਣ ਦੇ ਬਾਵਜੂਦ ਵੀ ਅਸੀਂ ਇਹਦੇ ਬਾਰੇ ਆਵਾਜ਼ ਨਹੀਂ ਉਠਾਉਂਦੇ, ਉਹਨਾਂ ਨੂੰ ਕਿਹਾ ਨਹੀਂ ਤੇ ਹੁਣ ਕਹਿਣਾ ਚਾਹੀਦਾ। ਮੇਰੀ ਇਹ ਰਾਏ ਹੈ। ਤੋ ਧੰਨਵਾਦ ਵੀਰ ਤਜਿੰਦਰ ਸਿੰਘ ਜੀ ਆਪ ਜੀ ਦਾ। ਤੋ ਸੰਗਤ ਜੀ ਅਗਲਾ ਸਵਾਲ ਜਿਹੜਾ ਹੈ ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਸ ਵੇਲੇ ਆਪਾਂ ਸਹਿਜ ਪਾਠ ਕਰਦੇ ਹਾਂ ਜੀ, ਤੇ ਜਿਸ ਵੇਲੇ ਅਸੀਂ ਪੰਨਾ 1353 ਤੇ ਪਹੁੰਚਦੇ ਹਾਂ ਤੇ ਉੱਥੇ ਸ਼ਲੋਕ ਸਹਿਸ ਕੀਰਤੀ ਸ਼ੁਰੂ ਹੋ ਜਾਂਦੇ ਨੇ। ਤੋ ਪਿੱਛੇ ਸਹਿਸ ਕੀਰਤੀ ਬਾਰੇ ਵੀਰ ਪ੍ਰਭਕੀਰਤ ਸਿੰਘ ਜੀ ਨੇ ਸਾਨੂੰ ਕਾਫੀ ਕੁਝ ਦੱਸਿਆ, ਪਰ ਫਿਰ ਸਾਡੇ ਕੋਲ ਸਵਾਲ ਇਹ ਆਇਆ ਕਿ ਇੱਕ ਤੇ ਇਹ ਹੈ ਵੀ ਕਿ ਕਿਉਂਕਿ ਸਹਿਸ ਦਾ ਅਰਥ ਜਿਹੜਾ ਉਹ ਹਜ਼ਾਰਾਂ ਹੁੰਦਾ ਹੈ ਤੇ ਕਿਆ ਹਜ਼ਾਰਾਂ ਦੀ ਕਿਰਤ ਹੈ। ਦੂਜਾ ਇਹ ਹੈ ਕਿ ਕਿਆ ਵਿਆਕਰਣ ਦੇ ਨਿਯਮ ਜਿਹੜੇ ਨੇ ਉਹ ਗੁਰਬਾਣੀ ਵਿਆਕਰਣ ਦੇ ਨਿਯਮ ਉਹ ਇਹ ਸਹਿਸਕ੍ਰਿਤੀ ਜਿਹੜੀ ਬਾਣੀ ਹੈ ਜਿਹਦਾ ਸਿਰਲੇਖ ਸਹਿਸਕ੍ਰਿਤੀ ਹੈ ਤੇ ਉਹਦੇ ਤੇ ਸਹਿਸਕ੍ਰਿਤੀ ਹੈ ਉਹਦੇ ਤੇ ਲਾਗੂ ਹੁੰਦੇ ਨੇ ਕਿ ਨਹੀਂ। ਸਾਹਿਬ ਪ੍ਰਭੂ ਕੀਰਤਨ ਸਿੰਘ ਜੀ ਆਪ ਜੀ ਨੂੰ ਬੇਨਤੀ ਹੈ ਵੀ ਕਿਰਪਾ ਕਰਕੇ ਇਹਦੇ ਤੇ ਸਾਨੂੰ ਵਿਚਾਰ ਦਿਓ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਜਿੱਥੋਂ ਤੱਕ ਵੀਰ ਜੀ ਨੇ ਕੀਤਾ ਹੈ ਵਿਆਕਰਣ ਦੀ ਗੱਲ ਕੀਤੀ ਹੈ, ਉਹ ਆਪਾਂ ਪਿਛਲੀ ਵਾਰੀ ਜਵਾਬ ਦੇ ਦਿੱਤਾ ਸੀ ਕਿ ਜਿੱਥੇ ਜਿੱਥੇ ਸ਼ਬਦ ਆਉਂਦੇ ਨੇ ਪੰਜਾਬੀ ਦੇ, ਕਿਉਂਕਿ ਜਿੱਥੇ ਸੰਸਕ੍ਰਿਤ ਦੀ ਭਾਸ਼ਾ ਜਾਂ ਹੋਰ ਭਾਸ਼ਾਵਾਂ ਆਉਂਦੀਆਂ ਨੇ ਉੱਥੇ ਉਹਨਾਂ ਦੇ ਵਿਆਕਰਣ ਦੇ ਉਹਨਾਂ ਸ਼ਬਦਾਂ ਦੀ ਬਣਤਰ ਉੱਤੇ ਉਹਨਾਂ ਦੇ ਨਿਯਮ ਲਾਗੂ ਹੁੰਦੇ ਨੇ। ਪਰ ਜਿੱਥੇ ਜਿੱਥੇ ਪੰਜਾਬੀ ਔਰ ਇਸ ਤਰ੍ਹਾਂ ਦੇ ਸ਼ਬਦ ਜਾਂ ਸ਼ਬਦਾਂ ਦੀ ਬਣਤਰ, ਵਾਕਾਂ ਦੀ ਬਣਤਰ ਪੰਜਾਬੀ ਦੇ ਅਨੁਸਾਰ ਹੁੰਦੀ ਹੈ ਤਾਂ ਉੱਥੇ ਵਿਆਕਰਣ ਦੇ ਨਿਯਮ ਲਾਗੂ ਹੁੰਦੇ ਹਨ। ਦੂਜਾ ਸਵਾਲ ਵੀਰ ਜੀ ਨੇ ਪੁੱਛਿਆ ਹੈ ਕਿ ਕੀ ਇਹਦਾ ਅਰਥ ਹੈ ਕਿ ਹਜ਼ਾਰਾਂ ਮਨੁੱਖਾਂ ਦੀ ਬਣਾਈ ਹੋਈ ਕ੍ਰਿਤੀ ਹੈ ਇਹ ਸਹਿਸ ਕ੍ਰਿਤੀ ਦੇ, ਇਹ ਅਰਥ ਪੁੱਛੇ ਸਨ ਸਵਾਲਕਰਤਾ ਨੇ। ਤੋ ਇੱਥੇ ਸਵਾਲ ਦਾ ਜਵਾਬ ਤਾਂ ਕੇਵਲ ਇੱਕ ਪੰਕਤੀ ਦਾ ਹੀ ਹੈ ਕਿ ਹਜ਼ਾਰਾਂ ਦੀ ਕ੍ਰਿਤ ਦਾ ਅਰਥ ਨਹੀਂ ਹੈ। ਅਸਲ ਵਿੱਚ ਕਿਸੇ ਵੀ ਵਿਦਵਾਨ ਨੇ ਇਹ ਅਰਥ ਨਹੀਂ ਕੀਤੇ। ਭਾਈ ਕਾਹਨ ਸਿੰਘ ਨਾਭਾ ਜੀ ਨੇ ਇਸ ਨੂੰ ਸੰਸਕ੍ਰਿਤ, ਪ੍ਰਾਕ੍ਰਿਤ ਤੇ ਪਾਲੀ ਦੇ ਮਿਲਾਪ ਤੋਂ ਬਣੀ ਹੋਈ ਭਾਸ਼ਾ ਦੱਸਿਆ ਹੈ ਤੇ ਉਹਨਾਂ ਨੇ ਦੱਸਿਆ ਕਿ ਇਹਦਾ ਦੂਜਾ ਨਾਮ ਵੀ ਜਿਹੜਾ ਹੈ ਉਹ ਗਾਥਾ ਹੈ, ਕਿਉਂਕਿ ਇਹ ਵੀ ਨਾਮ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਰਤਿਆ ਗਿਆ ਹੈ ਤੇ ਗਾਥਾ ਇੱਕ ਬਾਣੀ ਦਾ ਨਾਮ ਦਾ ਸਿਰਲੇਖ ਵੀ ਹੈ ਇਹਦੇ ਵਿੱਚ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਜਿੱਥੇ ਸਹਿਸਕ੍ਰਿਤੀ ਸ਼ਬਦ ਦੇ ਵਿਆਖਿਆ ਥੋੜੀ ਜਿਹੀ ਕੀਤੀ ਹੈ, ਬੜੀ ਸੰਖੇਪ ਜਿਹੀ, ਉੱਥੇ ਉਹਨਾਂ ਨੇ ਕਿਹਾ ਹੈ ਕਿ ਇਹ ਜੋ ਸਹਿਸਕ੍ਰਿਤੀ ਸ਼ਬਦ ਹੈ ਇਹ ਸੰਸਕ੍ਰਿਤ ਜੋ ਕਿ ਉਸ ਭਾਸ਼ਾ ਦਾ ਨਾਮ ਹੈ, ਸੰਸਕ੍ਰਿਤ ਭਾਸ਼ਾ ਦਾ, ਉਸ ਸ਼ਬਦ ਦਾ ਪ੍ਰਾਕ੍ਰਿਤ ਰੂਪ ਦੱਸਿਆ ਹੈ। ਕਿਉਂਕਿ ਪ੍ਰਾਕ੍ਰਿਤ ਦੇ ਵਿੱਚ ਜਿਹੜਾ ਸੰਸ ਸ਼ਬਦ ਹੈ ਉਹਨੂੰ ਪ੍ਰਾਕ੍ਰਿਤ ਦੇ ਵਿੱਚ ਸਹਿਜ ਕਿਹਾ ਜਾਂਦਾ ਹੈ। ਜਿਵੇਂ ਅਸੀਂ ਵੀ ਸੰਸਕ੍ਰਿਤ ਦਾ ਸ਼ਬਦ ਹੈ ਸੰਸ਼ੈ, ਤੇ ਅਸੀਂ ਗੁਰਬਾਣੀ ਦੇ ਵਿੱਚ ਬਾਰ-ਬਾਰ ਪੜ੍ਹਦੇ ਹਾਂ ਸਹਿਸਾ, ਜਿਹਦਾ ਵੀ ਅਰਥ ਵੀ ਉਹੀ ਹੈ, ਸੰਸ਼ੈ ਵਾਲਾ ਹੀ ਅਰਥ ਹੈ, ਸ਼ੱਕ ਵਾਲਾ, ਭਰਮ ਵਾਲਾ ਅਰਥ ਹੈ। ਪ੍ਰੋਫੈਸਰ ਸਾਹਿਬ ਦੇ ਅਨੁਸਾਰ ਇਹ ਸਾਰੇ ਸ਼ਲੋਕ ਜਿਹੜੇ ਹਨ ਇਹ ਪ੍ਰਾਕ੍ਰਿਤ ਬੋਲੀ ਦੇ ਹੀ ਹਨ, ਪਰ ਨਾਲ ਹੀ ਇਹਦੇ ਵਿੱਚ ਉਹਨਾਂ ਨੇ ਵਿਆਖਿਆ ਕੀਤੀ ਹੈ ਕਿ ਇਹ ਸ਼ਬਦ ਜਿਹੜਾ ਹੈ ਸੰਸਕ੍ਰਿਤ ਦਾ ਸ਼ਬਦ ਹੈ ਤੇ ਇਸ ਤੋਂ ਅਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਪ੍ਰਾਕ੍ਰਿਤ ਤੇ ਸੰਸਕ੍ਰਿਤ ਇਹ ਦੋ ਭਾਸ਼ਾਵਾਂ ਦਾ ਮੇਲ ਉਹਨਾਂ ਨੇ ਮੰਨਿਆ। ਤਾਂ ਮੁੱਕਦੀ ਗੱਲ ਇਹ ਹੈ ਕਿ
ਭਾਈ ਕਾਹਨ ਸਿੰਘ ਨੇ ਇਹਨੂੰ 3 ਭਾਸ਼ਾਵਾਂ ਦਾ ਮੇਲ ਮੰਨਿਆ ਹੈ। ਪ੍ਰੋਫੈਸਰ ਸਾਹਿਬ ਸਿੰਘ ਨੇ ਇਹਨੂੰ 2 ਭਾਸ਼ਾਵਾਂ ਦਾ ਮੇਲ ਮੰਨਿਆ ਹੈ। ਪਰ ਇਹਦੇ ਵਿੱਚ ਹਜ਼ਾਰ ਮਨੁੱਖਾਂ ਦੇ ਇਕੱਠੇ ਹੋ ਕੇ ਜਾਂ ਆਮ ਬੋਲਚਾਲ ਰਾਹੀਂ ਬਣਾਈ ਹੋਈ ਭਾਸ਼ਾ ਹੈ, ਇਹੋ ਜਿਹਾ ਕੋਈ ਕਿਸੇ ਵਿਦਵਾਨ ਨੇ ਸਾਨੂੰ ਅੰਸ਼ ਨਹੀਂ ਦਿੱਤਾ। ਇੱਕ ਹੋਰ ਇਸ ਸਵਾਲ ਦਾ ਹਿੱਸਾ ਸੀ ਕਿ ਸੰਸਕ੍ਰਿਤੀ ਬਾਣੀ ਦੇ ਵਿੱਚ ਜਿਹੜਾ ਹੈ, ਜਿਹੜੇ ਸ਼ਲੋਕ ਹਨ, ਇਹਨਾਂ ਵਿੱਚ ਟਿੱਪੀ ਦਾ ਉਚਾਰਨ ਅਸੀਂ ਕਿਸ ਤਰ੍ਹਾਂ ਕਰਦੇ। ਤੋ ਟਿੱਪੀ ਦੇ ਉਚਾਰਨ ਦੇ ਬਾਰੇ ਆਪਾਂ ਥੋੜਾ ਜਿਹਾ ਪੰਜਾਬੀ ਦੇ ਪੱਖ ਤੋਂ ਸਮਝ ਲਈਏ ਤੇ ਫਿਰ ਗੱਲ ਸਮਝਣੀ ਸੌਖੀ ਹੋ ਜਾਏਗੀ ਕਿ ਟਿੱਪੀ ਦੀ ਵਰਤੋਂ ਪੰਜਾਬੀ ਦੇ ਵਿੱਚ ਨਾਸਕੀ ਉਚਾਰਨ ਜਿਹੜਾ ਹੈ ਉਹਨੂੰ ਦਰਸਾਉਣ ਦੇ ਵਾਸਤੇ ਕੀਤੀ ਜਾਂਦੀ ਹੈ। ਤੇ ਇਸੇ ਤਰ੍ਹਾਂ ਹੀ ਇੱਕ ਹੋਰ ਵੀ ਮਾਤਰਾ ਸਾਡੇ ਕੋਲ ਹੈ ਜਿਹੜੀ ਬਿੰਦੀ ਦੀ ਹੈ, ਉਹਦੇ ਵਿੱਚ ਵੀ ਸੇਮ ਪਰਪਸ ਵਾਸਤੇ ਵਰਤਿਆ ਜਾਂਦਾ ਹੈ, ਜਿਹਦੇ ਵਿੱਚ ਨਾਸਕੀ ਉਚਾਰਨ ਕਰਨਾ ਹੁੰਦਾ ਤੇ ਉੱਥੇ ਬਿੰਦੀ ਦੀ ਵਰਤੋਂ ਵੀ ਅਸੀਂ ਕਰਦੇ। ਤੇ ਇਹਨਾਂ ਦੀ ਵਰਤੋਂ ਦੇ ਵਿੱਚ ਕੁਝ ਹਲਕਾ ਜਿਹਾ ਭੇਦ ਹੈ ਤੇ ਵਰਤੋਂ ਦੀ ਵਿਧੀ ਦੇ ਵਿੱਚ ਵੀ ਥੋੜਾ ਜਿਹਾ ਫਰਕ ਹੈ। ਤਾਂ ਉਹਦੇ ਬਾਰੇ ਆਪਾਂ ਥੋੜੀ ਜਿਹੀ ਗੱਲ ਕਰ ਲਈਏ ਕਿ ਟਿੱਪੀ ਦੀ ਵਰਤੋਂ ਆਮ ਤੌਰ ਤੇ, ਇਹ ਨਿਯਮ ਨਹੀਂ ਹੈ, ਆਮ ਤੌਰ ਤੇ ਉਦੋਂ ਹੁੰਦੀ ਹੈ ਜਦੋਂ ਕਿਸੇ ਸ਼ਬਦ ਦੇ ਪਹਿਲੇ ਅੱਖਰ ਦਾ ਨਾਸਕੀ ਉਚਾਰਨ ਹੋਵੇ। ਤੋ ਬਹੁਤਾਤ ਜਿਹੜੀ ਇਹਦੀ ਵਰਤੋਂ ਹੈ ਉਹ ਪਹਿਲੇ ਅੱਖਰ ਦੇ ਨਾਲ ਹੁੰਦੀ ਹੈ। ਜਿਸ ਤਰ੍ਹਾਂ ਕਿ ਅਸੀਂ ਆਮ ਸ਼ਬਦ ਵਰਤਦੇ ਹਾਂ, ਅੰਬ, ਖੰਡ, ਜੰਗਲ, ਲੂੰਬੜੀ, ਘੁੰਗਰੂ, ਚੁੰਝ, ਸੁੰਦਰ, ਇਸ ਕਿਸਮ ਦੇ ਸ਼ਬਦਾਂ ਦੀ ਅਸੀਂ ਵਰਤੋਂ ਕਰਦੇ ਹਾਂ। ਤੇ ਇੱਥੇ ਅਸੀਂ ਇਹ ਵੀ ਆਬਜ਼ਰਵ ਕਰ ਸਕਦੇ ਹਾਂ ਕਿ ਇਹ ਆਮ ਤੌਰ ਦੇ ਉੱਤੇ ਇਹ ਔਂਕੜ ਤੇ ਦੁਲੈਂਕੜੇ ਦੇ ਨਾਲ ਉਹਦੀ ਆਵਾਜ਼ ਨੂੰ ਨਾਸਕੀ ਕਰਦੇ। ਪਰ ਕਈ ਥਾਵਾਂ ਤੇ ਇਹ ਦੂਸਰੇ ਅੱਖਰ ਜਾਂ ਵਿਚਕਾਰਲੇ ਅੱਖਰ ਦੇ ਨਾਲ ਵੀ ਵਰਤਿਆ ਜਾਂਦਾ ਹੈ। ਜਿਸ ਤਰ੍ਹਾਂ ਕਿ ਅਸੀਂ ਸ਼ਬਦ ਵਰਤਦੇ ਹਾਂ, ਬਸੰਤ ਹੈ ਤਾਂ ਸੱਸਾ ਦੂਸਰਾ ਅੱਖਰ ਹੈ, ਉਹਦੇ ਉੱਤੇ ਟਿੱਪੀ ਲੱਗਦੀ ਹੈ। ਜਾਂ ਅਸੀਂ ਆਮ ਭਾਸ਼ਾ ਦੇ ਵਿੱਚ ਵੀ ਵਰਤ ਲੈਂਦੇ ਹਾਂ, ਗੁਰਬਾਣੀ ਦਾ ਨਹੀਂ ਹੈ, ਵੈਸੇ ਅਸੀਂ ਵਰਤ ਲੈਂਦੇ ਹਾਂ ਵੀ ਤੂੰ ਕੰਮ ਕੀਤਾ ਕਿ ਕੜਮ ਕੀਤਾ, ਤੇ ਉੱਥੇ ਕੜਮ ਜਿਹੜਾ ਸ਼ਬਦ ਹੈ ਤੇ ਨਿਰਾਰਥਕ ਸ਼ਬਦ ਹੈ ਪਰ ਸ਼ਬਦ ਤਾਂ ਹੈ, ਇਹਦੇ ਵਿੱਚ ਵੀ ਦੂਜੇ ਅੱਖਰ ਦੇ ਨਾਲ ਉਹ ਟਿੱਪੀ ਲੱਗਦੀ ਹੈ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇਹ ਸਿਹਾਰੀ ਦੇ ਨਾਲ ਵੀ ਪਹਿਲੇ ਤੇ ਦੂਜੇ ਅੱਖਰ ਦੇ ਵਿੱਚ ਜਾਂ ਵਿਚਕਾਰਲੇ ਅੱਖਰ ਅਸੀਂ ਕਹਿ ਲਈਏ ਉਹਦੇ ਵਿੱਚ ਵਰਤੀ ਜਾਂਦੀ ਹੈ। ਜਿਸ ਤਰ੍ਹਾਂ ਅੱਖਰ ਹੈ ਕਿੰਗਰੀ, ਜੋਗੀਆਂ ਦੀ ਕਿੰਗਰੀ ਦਾ ਜਿੱਥੇ ਜ਼ਿਕਰ ਆਉਂਦਾ ਹੈ ਤੇ ਇਹ ਕੱਕੇ ਨੂੰ ਸਿਹਾਰੀ ਤੇ ਨਾਲ ਟਿੱਪੀ ਹੈ। ਇਸੇ ਤਰ੍ਹਾਂ ਹੀ ਗੋਬਿੰਦ ਸ਼ਬਦ ਜਿਹੜਾ ਹੈ ਉਹਦੇ ਵਿੱਚ ਵੀ ਸਿਹਾਰੀ ਦੇ ਨਾਲ ਟਿੱਪੀ ਦੀ ਵਰਤੋਂ ਹੈ ਤੇ ਇਹ ਵਿਚਕਾਰ ਵੀ ਆਉਂਦੀ ਹੈ। ਤੋ ਮੁੱਖ ਤੌਰ ਦੇ ਉੱਤੇ ਪਹਿਲੇ ਅੱਖਰ ਨਾਲ ਤੇ ਕਿਤੇ ਕਿਤੇ ਇਹਦੀ ਵਿਚਕਾਰਲੇ ਸ਼ਬਦਾਂ ਦੇ ਨਾਲ ਵੀ ਵਰਤੋਂ ਕੀਤੀ ਜਾਂਦੀ ਹੈ, ਪਰ ਇਹ ਅਖੀਰਲੇ ਸ਼ਬਦ ਦੇ ਨਾਲ ਇਹਦੀ ਵਰਤੋਂ ਪੰਜਾਬੀ ਦੇ ਵਿੱਚ ਨਹੀਂ ਹੈ। ਜਦੋਂ ਬਿੰਦੀ ਦਾ ਕੰਮ ਵੀ ਇਹੀ ਹੈ ਨਾਸਕੀ ਉਚਾਰਨ ਦਾ, ਤੇ ਉੱਥੇ ਜਿਹੜਾ ਹੈ ਅਸੀਂ ਪਹਿਲੇ, ਵਿਚਕਾਰਲੇ ਤੇ ਅਖੀਰਲੇ ਇਹਦੀ ਵਰਤੋਂ ਕਿਤੇ ਵੀ ਹੋ ਜਾਂਦੀ ਹੈ ਤੇ ਇਹ ਬਹੁਤੀਆਂ ਮਾਤਰਾਵਾਂ ਦੇ ਨਾਲ ਹੁੰਦੀ ਹੈ। ਜਿਵੇਂ ਕੰਨਾ, ਬਿਹਾਰੀ, ਲਾਂ, ਦੁਲਾਵਾਂ, ਔਂਕੜ, ਦੁਲੈਂਕੜੇ, ਤਾਂ ਇਹ ਜਿਹੜੀ ਹੈ ਇਹ ਸਾਰੇ ਥਾਂ ਦੇ ਉੱਤੇ ਆ ਜਾਂਦੀ ਹੈ। ਜਿਵੇਂ ਕਿ ਉਦਾਹਰਨ ਦੇ ਤੌਰ ਤੇ ਆਪਾਂ ਸ਼ਬਦ ਲੈ ਸਕਦੇ ਹਾਂ, ਡਾਂਗ ਜਾਂ ਅੱਖੀ, ਇਹ ਅਖੀਰਲੇ ਅੱਖਰ ਦੇ ਨਾਲ ਆ ਗਈ। ਗੇਂਦ, ਪੈਂਡਾ, ਕੈਂਚੀ, ਪੈਂਤੀ, ਉਂਗਲ, ਊਂਠ, ਚੂੜੀਆਂ, ਝਾਂਜਰ, ਤਾਂ ਇਹ ਬਹੁਤ ਸਾਰੀਆਂ ਮਾਤਰਾਵਾਂ ਦੇ ਨਾਲ ਵਰਤੀ ਜਾਂਦੀ ਹੈ, ਮਤਲਬ ਟਿੱਪੀ ਤੋਂ ਜ਼ਿਆਦਾ ਮਾਤਰਾਵਾਂ ਦੇ ਨਾਲ ਵਰਤੀ ਜਾਂਦੀ ਹੈ। ਤੇ ਇਹ ਪਹਿਲੇ, ਵਿਚਕਾਰਲੇ ਤੇ ਅਖੀਰਲੇ ਸਭ ਥਾਂ ਦੇ ਉੱਤੇ ਵਰਤੀ ਜਾਂਦੀ ਹੈ। ਪਰ ਇੱਕ ਹੋਰ ਭੇਦ ਹੈ ਕਿ ਇਹ ਇਕੱਲੀ ਕਦੀ ਨਹੀਂ ਵਰਤੀ ਜਾਂਦੀ ਪੰਜਾਬੀ ਦੇ ਵਿੱਚ, ਇਹ ਹਮੇਸ਼ਾ ਕਿਸੇ ਮਾਤਰਾ ਦੇ ਨਾਲ ਮਿਲਾ ਕੇ ਵਰਤੀ ਜਾਂਦੀ ਹੈ। ਤੇ ਜਿਹੜੀ ਟਿੱਪੀ ਹੈ ਉਹ ਸਿਹਾਰੀ ਦੇ ਨਾਲ ਵੀ ਆਉਂਦੀ ਹੈ, ਪਰ ਆਮ ਤੌਰ ਦੇ ਉੱਤੇ ਕਿਸੇ ਅੱਖਰ ਦੇ ਨਾਲ ਇਕੱਲਿਆਂ ਵੀ ਲੱਗਦੀ। ਤੋ ਇੰਨੀ ਚਰਚਾ ਤੋਂ ਇਹ ਗੱਲ ਸਪਸ਼ਟ ਹੋ ਗਈ ਕਿ ਟਿੱਪੀ ਦੀ ਵਰਤੋਂ ਜਿਹੜੀ ਹੈ ਆਮ ਤੌਰ ਤੇ ਪਹਿਲੇ ਅੱਖਰ ਨਾਲ ਹੁੰਦੀ ਹੈ। ਪਰ ਜਿਹੜੀ ਇਹ ਬਾਣੀ ਦੀ ਆਪਾਂ ਗੱਲ ਕਰ ਰਹੇ ਹਾਂ ਸੰਸਕ੍ਰਿਤੀ, ਇਹਦੇ ਵਿੱਚ ਟਿੱਪੀ ਦੀ ਵਰਤੋਂ ਸਿਰਫ ਪਹਿਲੇ ਅੱਖਰ ਦੇ ਨਾਲ ਨਹੀਂ, ਕਈ ਥਾਵਾਂ ਤੇ ਹੋਈ ਹੈ। ਆਪਾਂ ਥੋੜਾ ਜਿਹਾ ਇਹਨੂੰ, ਇਹ ਵਰਤੋਂ ਚੂੰਕਿ ਵੱਖਰੀ ਹੈ, ਇਹ ਵਿਸ਼ੇਸ਼ ਧਿਆਨ ਮੰਗਦੀ ਹੈ ਤੇ ਇਹਦਾ ਉਚਾਰਨ ਵੀ ਥੋੜਾ ਜਿਹਾ ਵਿਸ਼ੇਸ਼ ਧਿਆਨ ਮੰਗਦਾ ਹੈ, ਤੇ ਇਹੀ ਕਾਰਨ ਹੈ ਕਿ ਇਹ ਪ੍ਰਸ਼ਨ ਆਇਆ ਹੈ। तो ये जो आप जी के सामने डिस्पलेड है, ਇਹਦਾ ਸੰਸਕ੍ਰਿਤੀ ਮਹਿਲਾ ਪੰਜਵਾਂ ਦੇ ਪਹਿਲੇ ਸ਼ਲੋਕ ਦਾ ਪਹਿਲਾ ਅੱਖਰ ਹੀ ਹੈ, ਜਿਵੇਂ ਅਸੀਂ ਦੇਖਦੇ ਹਾਂ, ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਿਤਾ ਬਿਨੋਦ ਸੁਤਾ। ਹੁਣ ਇੱਥੇ ਤੱਤੇ ਨੂੰ ਟਿੱਪੀ ਲੱਗੀ ਹੈ ਤੇ ਇਹ ਦੂਜਾ ਅੱਖਰ ਹੈ ਤੇ ਇਕੱਲੀ ਇੱਕੋ ਹੀ ਟਿੱਪੀ ਲੱਗੀ ਹੈ। ਤਾਂ ਇੱਥੇ ਇਹਨੂੰ ਅਸੀਂ ਉਚਾਰਨ ਕਿਵੇਂ ਕਰਨਾ ਹੈ, ਇਹਨੂੰ ਅਸੀਂ ਉਚਾਰਨ ਬਿਲਕੁਲ ਉਸੇ ਢੰਗ ਨਾਲ ਕਰਨਾ ਹੈ ਜਿਸ ਢੰਗ ਦੇ ਨਾਲ ਅਸੀਂ
ਪਹਿਲਾਂ ਵਿਚਾਰ ਕੀਤੀ ਹੈ ਕਿ ਜਦੋਂ ਪਹਿਲੇ ਅੱਖਰ ਦੇ ਨਾਲ ਟਿੱਪੀ ਲੱਗਦੀ ਹੈ ਤੇ ਜਿਵੇਂ ਉੱਥੇ ਉਚਾਰਨ ਹੁੰਦਾ ਹੈ, ਜਿਵੇਂ ਹੰਸ, ਅੰਬ, ਰੰਗ, ਇਹ ਉਸੇ ਢੰਗ ਦੇ ਨਾਲ ਹੀ ਇਹਦਾ ਉਚਾਰਨ ਹੋਣਾ ਹੈ। ਹੁਣ ਜਿਵੇਂ ਪਹਿਲੇ ਸ਼ਲੋਕ ਦੀ ਅੰਤਲੀ ਪੰਕਤੀ ਜਿਹੜੀ ਹੈ, ਰਹੰਤ ਸੰਗ ਭਗਵਾਨ ਸਿਮਰਨ ਨਾਨਕ ਲਭਦਿਆਂ ਅਚੁੱਤ ਤਨ, ਇੱਥੇ ਸ਼ਬਦ ਹੈ ਰਹੰਤ। ਹੁਣ ਇੱਥੇ ਬਿਲਕੁਲ ਉਸੇ ਤਰ੍ਹਾਂ ਹੀ ਹਾਹੇ ਦੇ ਉੱਤੇ ਟਿੱਪੀ ਦਾ ਉਚਾਰਨ ਹੋਣਾ ਹੈ ਜਿਵੇਂ ਹੰਸ ਦੇ ਵਿੱਚ ਹੁੰਦਾ। ਇਹਦੇ 'ਚ ਕੋਈ ਵੱਖਰਾਪਨ ਨਹੀਂ ਹੈ, ਸਿਰਫ ਇਹ ਹੈ ਕਿ ਇਹ ਵਿਚਕਾਰ ਆ ਗਈ ਹੈ। ਤੋ ਇਸੇ ਤਰ੍ਹਾਂ ਹੀ ਅੱਗੇ ਜਾ ਕੇ ਪਹਿਲਾਂ ਆ ਗਿਆ ਕਤੰਚ ਆ ਗਿਆ, ਉਹਦਾ ਵੀ ਉਸੇ ਤਰ੍ਹਾਂ ਹੀ ਉਚਾਰਨ ਹੈ। ਪਖੰਤੇ ਆ ਜਾਂਦਾ ਹੈ, ਉਹਦਾ ਵੀ ਇਸੇ ਤਰ੍ਹਾਂ ਹੀ ਉਚਾਰਨ ਹੈ। ਤ੍ਰਿਗੰਤ ਹੈ। ਇਹ ਆਮ ਜਿਵੇਂ ਅਸੀਂ ਉਸ ਅੱਖਰ ਦੇ ਨਾਲ ਟਿੱਪੀ ਦਾ ਉਚਾਰਨ ਕਰਦੇ ਹਾਂ, ਉਸੇ ਤਰ੍ਹਾਂ ਹੀ ਕਰਦੇ ਹਾਂ। ਇਸ ਤੋਂ ਇਲਾਵਾ ਜਿਹੜੇ ਇਹ ਬਹੁਤ ਥਾਵਾਂ ਤੇ ਅੰਤਲੇ ਅੱਖਰ ਦੇ ਨਾਲ ਵੀ ਆਉਂਦੀ ਹੈ, ਜਿਵੇਂ ਆਪ ਜੀ ਦੇ ਸਾਹਮਣੇ ਹੀ ਕੁਝ ਸ਼ਬਦ ਐਸੇ ਡਿਸਪਲੇਡ ਹਨ, ਜਿਵੇਂ ਕਿ ਤੀਜੀ ਪੰਕਤੀ ਦੇ ਵਿੱਚ ਇੱਕ ਸ਼ਬਦ ਆਇਆ ਹੈ ਰੂਪੰ, ਫਿਰ ਤਿਆਗੰ। ਇਸੇ ਤਰ੍ਹਾਂ ਹੀ ਅੱਗੇ ਜਾ ਕੇ ਸਨੇਹੰ ਆਇਆ ਹੈ 2 ਵਾਰੀ, ਤੇ ਸੌਰੀ। ਤੋ ਇਹਦੇ 'ਚ ਵੀ ਇਹਦਾ ਉਚਾਰਨ ਜਿਹੜਾ ਅਸੀਂ ਕਰਨਾ ਹੈ ਉਹ ਉਸੇ ਢੰਗ ਨਾਲ ਹੀ ਕਰਨਾ ਹੈ। ਜਿਵੇਂ ਸਨੇਹੰ ਦੇ ਵਿੱਚ ਹਾਹੇ ਨੂੰ ਟਿੱਪੀ ਲੱਗੀ ਹੈ ਤਾਂ ਇਹਦਾ ਉਚਾਰਨ ਉਸੇ ਤਰ੍ਹਾਂ ਹੀ ਕਰਨਾ ਹੈ ਜਿਵੇਂ ਅਸੀਂ ਹਾਹੇ ਨੂੰ ਟਿੱਪੀ ਲਗਾ ਕੇ ਸ਼ਬਦਾਂ ਦੇ ਵਿੱਚ ਕਰਦੇ ਹਾਂ। ਉਦਾਹਰਨ ਦੇ ਤੌਰ ਦੇ ਉੱਤੇ ਹੰਸ ਦੇ ਵਿੱਚ ਜਿਵੇਂ ਹੰਗ ਹੈ, ਉਸੇ ਤਰ੍ਹਾਂ ਹੀ ਇੱਥੇ ਉਚਾਰਨ ਕਰਨਾ ਹੈ। ਇਸੇ ਤਰ੍ਹਾਂ ਹੀ ਹੋਰ ਥਾਵਾਂ ਦੇ ਉੱਤੇ ਜਿੱਥੇ ਬਲਨੰਗ ਆਇਆ ਹੈ ਤਾਂ ਉੱਥੇ ਅਸੀਂ ਨੰਨੇ ਨੂੰ ਟਿੱਪੀ ਲਗਾਉਂਦੇ ਹਾਂ। ਜਿਵੇਂ ਕੋਈ ਨੰਗਾ ਹੈ ਤੇ ਨੰਗ ਲਫ਼ਜ਼ ਅਸੀਂ ਵਰਤਦੇ ਹਾਂ, ਤੇ ਉੱਥੇ ਬਲਨੰਗ ਦੇ ਵਿੱਚ ਹੀ ਨੰਨੇ ਨੂੰ ਟਿੱਪੀ ਦਾ ਉਸੇ ਤਰ੍ਹਾਂ ਹੀ ਉਚਾਰਨ ਕਰਨਾ ਹੈ। ਧਰਮੰਗ ਦੇ ਵਿੱਚ ਅਸੀਂ ਮੰਗ ਸ਼ਬਦ ਹੈ ਜਿਵੇਂ ਆਮ ਪੰਜਾਬੀ ਦਾ, ਤੇ ਉਸੇ ਤਰ੍ਹਾਂ ਹੀ ਕਰਨਾ ਹੈ। ਇਸੇ ਢੰਗ ਨਾਲ ਹੀ ਸ਼ਰਣੰ, ਚਾਰਣੰ, ਸੁਖਯੰ, ਉਸੇ ਢੰਗ ਨਾਲ ਹੀ ਇਹਦਾ ਉਚਾਰਨ ਕਰਨਾ ਹੈ। ਪਰ ਇੱਥੇ ਉਚਾਰਨ ਤਾਂ ਉਵੇਂ ਹੀ ਕਰਨਾ ਹੈ, ਪਰ ਇੱਥੇ ਇੱਕ ਦਿੱਕਤ ਆਉਂਦੀ ਹੈ ਕਿ ਇਹਨੂੰ ਲਟਕਾਉਣਾ ਹੈ ਜਾਂ ਨਹੀਂ ਲਟਕਾਉਣਾ, ਜਾਂ ਕਿੰਨਾ ਕੁ ਲਟਕਾਉਣਾ ਹੈ। ਤਾਂ ਇਸ ਦਾ ਉੱਤਰ ਹੈ ਕਿ ਲਟਕਾਉਣਾ ਨਹੀਂ ਹੈ। ਜਿਵੇਂ ਧਰਮੰ ਦੇ ਵਿੱਚ ਅਸੀਂ ਮੰਮੇ ਨੂੰ ਟਿੱਪੀ ਦਾ ਉਚਾਰਨ ਬਿਲਕੁਲ ਉਸੇ ਤਰ੍ਹਾਂ ਕਰਨਾ ਹੈ ਜਿਵੇਂ ਅਸੀਂ ਪੰਜਾਬੀ ਦਾ ਸ਼ਬਦ ਹੈ ਮੰਗ, ਉਹਦੇ ਵਿੱਚ ਜਿੰਨਾ ਕੁ ਉਚਾਰਨ ਮੰਮੇ ਤੇ ਟਿੱਪੀ ਦਾ ਕਰਦੇ ਹਾਂ ਉਨਾ ਹੀ ਉਚਾਰਨ ਇੱਥੇ ਕਰਨਾ ਹੈ। ਉੱਥੇ ਹੁਣ ਅੱਗੇ ਗੱਗਾ ਲੱਗਾ ਹੋਇਆ ਹੈ ਤੇ ਉੱਥੇ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਮੰਮਾ ਟਿੱਪੀ ਦਾ ਉਚਾਰਨ ਕਿੱਥੇ ਰੋਕਣਾ ਹੈ, ਤੇ ਇੱਥੇ ਕੋਈ ਅੱਗੇ ਅੱਖਰ ਲੱਗਾ ਨਹੀਂ ਹੋਇਆ, ਤਾਂ ਇਸ ਕਰਕੇ ਥੋੜਾ ਜਿਹਾ ਇਹ ਦਿੱਕਤ ਆਉਂਦੀ ਹੈ ਕਿ ਇਹਨੂੰ ਲਟਕਾਉਣਾ ਹੈ ਜਾਂ ਨਹੀਂ ਲਟਕਾਉਣਾ। ਤੋ ਇਸ ਦਾ ਹੱਲ ਕਰਨ ਲਈ ਕਈ ਵਿਦਵਾਨ ਤੇ ਪ੍ਰਚਾਰਕ ਸਾਡੇ ਇਹਦਾ ਉਚਾਰਨ ਇਸ ਢੰਗ ਨਾਲ ਹੀ ਕਰ ਦਿੰਦੇ ਹਨ, ਜਿਵੇਂ ਧਰਮੰਗ ਨੂੰ ਧਰਮੰਗ ਅੱਗੇ ਗੱਗੇ ਦਾ ਵੀ ਹਲਕਾ ਜਿਹਾ ਉਚਾਰਨ ਕਰ ਦਿੰਦੇ ਹਨ, ਪਰ ਇਹ ਸਿਰਫ ਉਹਨੂੰ ਰੋਕਣ ਵਾਸਤੇ ਹੈ ਕਿ ਲਟਕੇ ਨਾ। ਇਹਦਾ ਉਚਾਰਨ ਜੇ ਤੁਸੀਂ ਗੱਗੇ ਦਾ ਪੂਰਾ ਕਰ ਦਿੰਦੇ ਹੋ ਤਾਂ ਇਹ ਅਸ਼ੁੱਧ ਉਚਾਰਨ ਹੋ ਜਾਏਗਾ। ਤੇ ਤੀਜਾ ਇਹਦੇ ਵਿੱਚ ਸਾਡੇ ਸਾਹਮਣੇ ਜਿਵੇਂ ਸਕਰੀਨ ਦੇ ਉੱਤੇ ਵੀ 2-3 ਸ਼ਬਦ ਐਸੇ ਹਨ ਜਿਹਦੇ ਵਿੱਚ ਟਿੱਪੀ ਲੱਗੀ ਹੋਈ ਹੈ, ਪਰ ਨਾਲ ਹੀ ਉਸ ਅੱਖਰ ਦੇ ਪੈਰਾਂ ਵਿੱਚ ਵੀ ਅੱਖਰ ਹੈ। ਤਾਂ ਉੱਥੇ ਜਿਵੇਂ ਅਸੀਂ ਜਾਣਦੇ ਹਾਂ ਕਿ ਪੰਜਾਬੀ ਦੇ ਵਿੱਚ ਜਿਹੜਾ ਨਿਯਮ ਹੈ ਕਿ ਜਦੋਂ ਕਿਸੇ ਅੱਖਰ ਦੇ ਪੈਰਾਂ ਦੇ ਵਿੱਚ ਕੋਈ ਅੱਧਾ ਅੱਖਰ ਲੱਗ ਜਾਂਦਾ ਹੈ ਤਾਂ ਉਹਨੂੰ ਲੱਗੀ ਹੋਈ ਮਾਤਰਾ ਜਿਹੜੀ ਹੈ, ਜਿਹੜਾ ਪੈਰੀ ਅੱਖਰ ਹੁੰਦਾ ਹੈ, ਉਹਦੇ ਨਾਲ ਲਗਾਈ ਜਾਂਦੀ ਹੈ। ਅਸੀਂ ਆਮ ਤੌਰ ਦੇ ਉੱਤੇ ਇਹ ਸ਼ਬਦ ਵਰਤਦੇ ਹਾਂ ਅੰਮ੍ਰਿਤ, ਪ੍ਰਾਣ ਜਾਂ ਸਵਾਸਾ, ਜਿੱਥੇ ਪੈਰੀ ਵਵਾ ਵੀ ਕਿਤੇ ਕਿਤੇ ਲੱਗਾ ਹੋਇਆ ਹੈ। ਤਾਂ ਉੱਥੇ ਅਸੀਂ ਅੰਮ੍ਰਿਤ ਦੇ ਵਿੱਚ ਮੰਮੇ ਨੂੰ ਸਿਹਾਰੀ ਨਹੀਂ ਲਗਾਉਂਦੇ, ਰਾਰੇ ਨੂੰ ਸਿਹਾਰੀ ਲਗਾਉਂਦੇ ਹਾਂ। ਪ੍ਰਾਣ ਦੇ ਵਿੱਚ ਕੰਨਾ ਰਾਰੇ ਨੂੰ ਲੱਗਦਾ ਹੈ, ਪੱਪੇ ਨੂੰ ਨਹੀਂ ਲੱਗਦਾ। ਇਸੇ ਤਰ੍ਹਾਂ ਹੀ ਇੱਥੇ ਕਾਫੀ ਸਾਰੇ ਸ਼ਬਦ ਹਨ ਇਸ ਬਾਣੀ ਦੇ ਵਿੱਚ। ਜਿਵੇਂ ਤ੍ਰਿਗ ਹੈ ਤਾਂ ਇੱਥੇ ਰਾਰੇ ਨੂੰ ਸਿਹਾਰੀ ਕਰਕੇ ਉਚਾਰਨਾ ਹੈ। ਇੱਥੇ 2 ਵਾਰੀ ਇਹ ਸ਼ਬਦ ਆ ਗਿਆ ਹੈ, ਵੀਰ ਜੀ ਥੋੜਾ ਜਿਹਾ ਉੱਪਰ ਕਰਨਾ। ਸਨੇਹੰ ਦੇ 2 ਰੂਪ ਆਏ ਹਨ। ਇੱਕ ਦੇ ਵਿੱਚ ਸੱਸਾ ਨੰਨੇ ਨੂੰ ਲਾ ਤੇ ਹਾਹੇ ਨੂੰ ਟਿੱਪੀ ਆਈ ਹੈ ਜੀ। ਆਪ ਤੋਂ ਉੱਪਰ ਤੋਂ ਜਿਹੜੀ ਦੂਸਰੀ ਪੰਕਤੀ ਹੈ, ਤ੍ਰਿਗੰਤ ਮਾਤ ਪਿਤਾ ਸਨੇਹੰ, ਤ੍ਰਿਗ ਸਨੇਹੰ ਭਰਾਤ ਬਾਂਧਵੈ। ਤੋ ਇੱਥੇ ਥੱਲੇ ਇਸ ਤੋਂ ਅਗਲੀ ਪੰਕਤੀ ਦੇ ਵਿੱਚ ਆ ਗਿਆ ਹੈ ਤ੍ਰਿਗ ਸਨੇਹੰ। ਇੱਥੇ ਉਚਾਰਨ ਬਿਲਕੁਲ ਉਹੀ ਹੈ, ਪਰ ਇੱਥੇ ਨੰਨਾ ਅੱਧਾ ਪੈਰੀ ਦੇ ਵਿੱਚ ਲੱਗਾ ਹੋਇਆ, ਪੈਰਾਂ 'ਚ ਲੱਗਾ। ਪਰ ਇੱਥੇ ਸਪਸ਼ਟ ਹੋ ਜਾਂਦਾ ਹੈ ਕਿਉਂਕਿ ਸਤਿਗੁਰੂ ਜੀ ਨੇ ਦੋਨੋਂ ਤਰ੍ਹਾਂ ਲਿਖ ਕੇ ਸਾਨੂੰ ਇਹਦਾ ਉਚਾਰਨ ਕਿਵੇਂ ਕਰਨਾ ਇੱਕ ਕਿਸਮ ਨਾਲ ਦੱਸ ਹੀ ਦਿੱਤਾ ਹੈ। ਤੋ ਇਸੇ ਤਰ੍ਹਾਂ ਬਹੁਤ ਸਾਰੇ ਸ਼ਬਦ ਇਹਦੇ ਵਿੱਚ ਆਉਂਦੇ ਹਨ। ਜਦੋਂ ਪਾਠ ਕਰਾਂਗੇ ਤੇ ਗਿਣਤੀ ਇਹਦੀ ਬਹੁਤ ਹੋਏਗੀ, ਪਰ ਥੋੜੇ ਜਿਹੇ ਮੈਂ ਆਪ ਜੀ ਦੇ ਸਾਹਮਣੇ ਜਿਹੜੇ ਸ਼ੁਰੂ ਦੀਆਂ ਪੌੜੀਆਂ ਦੇ ਵਿੱਚ ਹਨ, ਸ਼ੁਰੂ ਦੇ ਸ਼ਲੋਕਾਂ ਦੇ ਵਿੱਚ ਹਨ,
ਸਤਯੰ, ਮਿਥਯੰਤ, ਹਿਤਯੰਤ, ਗੁਣਗਯੰ, ਇਹ ਅਖੀਰ ਦੇ ਉੱਤੇ ਵੀ ਜਿਵੇਂ ਲੱਗਿਆ ਜਾਂਦਾ ਹੈ ਤੇ ਉਹ ਯਈਆ ਪੈਰੀ ਦੇ ਵਿੱਚ ਪਾਇਆ ਹੋਇਆ ਹੈ। ਜਿਵੇਂ ਇੱਥੇ ਸਤਯੰਗ ਦਾ ਸ਼ਬਦ ਹੈ, ਸਾਧ ਸੰਗ ਸਨੇਹ ਸਤਯੰਗ, ਤਾਂ ਇੱਥੇ ਯਈਏ ਦਾ ਉਚਾਰਨ ਕਰਕੇ ਤੇ ਉਹਨੂੰ ਟਿੱਪੀ ਲਗਾਉਣੀ ਹੈ। ਤਾਂ ਇਹ ਜਿੰਨੀ ਕੁ ਦਾਸ ਨੂੰ ਸਮਝ ਆਈ ਕਿ ਟਿੱਪੀ ਦੇ ਉਚਾਰਨ ਦੇ ਕੀ ਭੇਦ ਹਨ, ਉਹ ਆਪ ਜੀ ਦੇ ਨਾਲ ਸਾਂਝੇ ਕੀਤੇ ਹਨ। ਪਰ ਦਾਸ ਕੋਈ ਭਾਸ਼ਾ ਵਿਗਿਆਨੀ ਨਹੀਂ ਹੈ। ਆਪ ਜੀ ਦੇ ਕੋਲ ਹੋਰ ਵੀ ਕੋਈ ਇਨਫੋਰਮੇਸ਼ਨ ਹੋਵੇ ਤੇ ਉਹਨੂੰ ਜ਼ਰੂਰ ਸਾਂਝੀ ਕਰਨਾ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ ਵੀਰ ਜੀ, ਤੁਸੀਂ ਬੜੇ ਵਿਸਥਾਰ ਸਹਿਤ ਦੱਸਿਆ ਹੈ। ਔਰ ਵਾਕਈ ਜਿਸ ਵੇਲੇ ਇਹੋ ਜਿਹੇ ਸ਼ਬਦ ਆਉਂਦੇ ਨੇ ਅਖੀਰ ਤੇ, ਖਾਸ ਕਰਕੇ ਜਿਵੇਂ ਟਿੱਪੀ ਹੁੰਦੀ ਹੈ ਤੇ ਉਹ ਗੰਗਾ ਬੁਲਾਣਾ, ਜਿਸ ਤਰ੍ਹਾਂ ਉਹ ਕਈ ਵਾਰ ਬੁਲਾਣਾ ਵੀ ਔਖਾ ਲੱਗਦਾ, ਤੇ ਇਹਦੇ ਬਾਰੇ ਸਾਨੂੰ ਕਲੈਰਿਟੀ ਹੋਣੀ ਬੜੀ ਜ਼ਰੂਰੀ ਹੈ। ਤੇ ਵੀਰ ਜੀ ਨੇ ਕਾਫੀ ਤਹਿ ਤੇ ਜਾ ਕੇ ਸਾਨੂੰ ਇਹਦੇ ਬਾਰੇ ਦੱਸਿਆ। ਮੈਂ ਆਸ ਕਰਦਾ ਕਿ ਜਿਨ੍ਹਾਂ ਦਾ ਸਵਾਲ ਹੈ ਔਰ ਬਾਕੀ ਸੰਗਤ ਵੀ, ਉਹਨਾਂ ਨੂੰ ਇਹਦੇ ਬਾਰੇ ਇਹਦਾ ਉੱਤਰ ਮਿਲਿਆ। ਹਾਂਜੀ, ਫਿਰ ਵੀ ਜਿਸ ਤਰ੍ਹਾਂ ਸ਼ੁਰੂ 'ਚ ਬੇਨਤੀ ਕੀਤੀ ਹੈ ਬਈ ਕਿਸੇ ਕੋਲ ਹੋਰ ਇਨਫੋਰਮੇਸ਼ਨ ਹੋਵੇ ਜਾਂ ਇਹਨੂੰ ਹੋਰ ਸੁਧਾਈ ਦੀ ਲੋੜ ਹੋਵੇ ਤਾਂ ਉਹ ਬੜੀ ਖੁਸ਼ੀ ਨਾਲ ਕਰੋ। ਉਹਦੇ ਨਾਲ ਸਾਨੂੰ ਵੀ ਲਾਭ ਹੋਏਗਾ ਔਰ ਅਸੀਂ ਸੰਗਤ ਨਾਲ ਵੀ ਅੱਗੋਂ ਤੇ ਸਾਂਝੀ ਜੇ ਕਰਾਂਗੇ ਤੇ ਉਹਦੇ 'ਚ ਉਹਨੂੰ ਕਰੈਕਸ਼ਨ ਹੋ ਜਾਏ। ਤੋ ਇੱਕ ਵਾਰੀ ਫਿਰ ਮੈਂ ਵੀਰ ਜੀ ਦਾ ਜਿੱਥੇ ਧੰਨਵਾਦ ਕਰਦਾ, ਉੱਥੇ ਸੰਗਤ ਨੂੰ ਬੇਨਤੀ ਕਰ ਰਿਹਾ ਕਿ ਜਿਹੜੇ ਸਵਾਲ ਰਹਿ ਗਏ ਨੇ, ਜਿਨ੍ਹਾਂ ਦੇ ਸਵਾਲ ਰਹਿ ਗਏ ਨੇ, ਮੈਂ ਉਹਨਾਂ ਤੋਂ ਖਿਮਾ ਮੰਗਦਾ, ਕਿਉਂਕਿ ਸਮਾਂ ਜਿਹੜਾ ਹੁਣ ਤਕਰੀਬਨ 5-6 ਮਿੰਟ ਸਿਰਫ ਰਹਿ ਗਿਆ। ਜੇ ਅਗਲਾ ਸਵਾਲ ਸ਼ੁਰੂ ਕਰਦੇ ਹਾਂ ਤੇ ਫਿਰ ਟਾਈਮ ਜ਼ਿਆਦਾ ਹੋ ਜਾਂਦਾ ਹੈ। ਨਾਲੇ ਸਵਾਲ ਜਵਾਬ ਵੀ ਆਉਂਦੇ ਨੇ। ਹੁਣ ਵੀ ਇੱਕ ਹੈਂਡ ਰੇਜ਼ ਹੈ, ਤੋ ਇਸ ਲਈ ਮੈਂ ਜਿਹੜੇ ਸਵਾਲ ਰਹਿ ਗਏ ਨੇ ਉਹਨਾਂ ਸਵਾਲ ਕਰਤਾ ਕੋਲੋਂ ਮੈਂ ਖਿਮਾ ਮੰਗਦਾ। ਅਸੀਂ ਇੱਥੇ ਹੀ ਇਹਨੂੰ ਸਮਾਪਤ ਕਰਨ ਲੱਗੇ ਹਾਂ। ਅੱਜ ਦੇ ਪ੍ਰੋਗਰਾਮ ਵਿੱਚ ਬਹੁਤ ਸਾਰੀਆਂ ਤਰੁੱਟੀਆਂ ਜੋ ਰਹਿ ਗਈਆਂ ਹੋਣਗੀਆਂ, ਉਹਨਾਂ ਬਾਰੇ ਮੈਂ ਪੈਨਲ ਦੀ ਬਿਹਾਫ ਤੇ ਆਪ ਪਾਸੋਂ ਖਿਮਾ ਮੰਗਦਾ ਔਰ ਆਪ ਨੂੰ ਬੇਨਤੀ ਕਰਦਾ ਕਿ ਇਸੇ ਤਰ੍ਹਾਂ ਕਿਰਪਾ ਕਰੋ, ਸਾਡੇ ਨਾਲ ਜੁੜੇ ਰਹੋ, ਆਪਣੇ ਸਵਾਲ ਭੇਜੋ, ਆਪਣੇ ਸੁਝਾਅ ਭੇਜੋ, ਤਾਂ ਜੇ ਅਸੀਂ ਵੀ ਕਿਸੇ ਆਰੇ ਲੱਗੇ ਰਹੀਏ ਤੇ ਤੁਹਾਡੇ ਨਾਲ ਜੁੜੇ ਰਹੀਏ। ਸਭ ਦਾ ਧੰਨਵਾਦ ਕਰਦਿਆਂ ਹੋਇਆਂ ਅਗਲੇ ਸੋਮਵਾਰ ਤੱਕ ਆਪ ਪਾਸੋਂ ਖਿਮਾ ਮੰਗਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।